ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਨਾ ਗੁੱਲੀ ਆਇਆ ਬੀਬੀ ਦਾ ਵਾਰਾ ਉਜੜ ਗਿਆ ਤਖਤ ਹਜ਼ਾਰਾ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ। ਸੋ ਦੋਸਤੋ ਜੇ ਤੁਸੀਂ ਵੀ ਨਹੀਂ ਸੁਣੀਆਂ ਇਹ ਅਖਾਣਾਂ ਪਹਿਲਾਂ ਤੇ ਤੁਸੀਂ ਜਾ ਰਹੇ ਆ ਪੰਜਾਬ ਵਿੱਚ ਸਰਕਾਰੀ ਨੌਕਰੀ ਦਾ ਪੇਪਰ ਦੇਣ ਤਾਂ ਤੁਸੀਂ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ। ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਤੁਹਾਡੀ ਹਮੇਸ਼ਾ ਹੀ ਹੋਵੇ ਚੜ੍ਹਦੀ ਕਲਾ। ਸੋ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਪੀਵੀਐਸ ਕਲਾਸਿਸ ਦੇ ਵਿੱਚ ਔਰ ਮੈਂ ਪਰਮਵੀਰ ਸਿੰਘ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਅੱਜ 50 ਅਣਸੁਣੇ ਅਖਾਣ। ਔਰ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਉਹ ਕਰਾਂਗੇ ਅਖਾਣ ਦੀ ਗੱਲ। ਸੋ ਅਖਾਣ ਅਕਸਰ ਕੀ ਹੈ ਕਿ ਕਾਫੀ ਨੈਗਲੈਕਟ ਕਰ ਦਿੱਤੇ ਜਾਂਦੇ ਆ ਕਿਉਂਕਿ ਅਸੀਂ ਇਹਨਾਂ ਨੂੰ ਆਸਾਨ ਸਮਝਦੇ ਹਾਂ, ਪਰ ਜਦੋਂ ਪੇਪਰ ਦੇ ਵਿੱਚ ਆ ਜਾਂਦੇ ਹਨ ਅਖਾਣ ਇਸ ਤਰ੍ਹਾਂ ਦੇ ਲਾਹੌਰ ਦੇ ਸ਼ਕੀਨ ਤੇ ਬੋਝੇ 'ਚ ਗਾਜਰਾਂ, ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਤਾਂ ਪੈ ਜਾਂਦੇ ਆ ਅਸੀਂ ਸੰਕਟ ਦੇ ਵਿੱਚ। ਸੋ ਇਸ ਕਰਕੇ ਪਹਿਲਾਂ ਹੀ ਅਖਾਣਾਂ ਦੀ ਤਿਆਰੀ ਜਿਹੜੀ ਹੈਗੀ ਕਰਨੀ ਜ਼ਰੂਰੀ ਆ। ਦੇਖੋ ਅਖਾਣ ਜਿਹੜੇ ਹੈਗੇ ਆ ਜੇ ਪੀਸੀਐਸ ਦੀ ਗੱਲ ਕਰੀਏ ਤਾਂ 2015 ਦੇ ਵਿੱਚ 6 ਅਖਾਣ ਮੁਹਾਵਰੇ ਆਏ ਆ, ਮਤਲਬ 15 ਨੰਬਰ ਸਿੱਧੇ ਸਿੱਧੇ। ਠੀਕ ਹੈ 2018 ਵਿੱਚ ਇਹ ਘਟੇ ਆ, ਓਕੇ 7.5 ਨੰਬਰ ਦੇ ਆਏ ਹੋਏ ਆ, ਪਰ ਫਿਰ ਵੀ ਵਧੀਆ। ਠੀਕ ਹੈ ਅੱਗੇ ਵੀ ਜੋ ਹੈ 7 10 15 ਨੰਬਰ ਦੇ ਆ ਸਕਦੇ ਆ ਇਸ ਵਾਰ ਵੀ ਐਗਜ਼ਾਮ ਦੇ ਵਿੱਚ। ਸੋ ਤੁਸੀਂ ਰੱਖੋ ਆਪਣੀ ਤਿਆਰੀ ਫੁੱਲ, ਖਾਸ ਕਰਕੇ ਅਸੀਂ ਕਿਉਂਕਿ ਜਿਹੜੇ ਅਸੀਂ ਰੋਜ਼ਾਨਾ ਜ਼ਿੰਦਗੀ 'ਚ ਅਸੀਂ ਵੀ ਕਈ ਅਖਾਣ ਸੁਣਦੇ ਆ, ਸਾਨੂੰ ਉਹਨਾਂ ਦੇ ਮਤਲਬ ਵੀ ਪਤਾ ਵਾ, ਪਰ ਮੈਂ ਲੈ ਕੇ ਆਇਆ ਤੁਹਾਡੇ ਲਈ ਉਹ ਚੁਣ ਕੇ ਉਹ ਅਖਾਣ ਜਿਹੜੇ ਪਹਿਲਾਂ ਤੁਸੀਂ ਕਦੇ ਨਹੀਂ ਸੁਣੇ ਹੋਣਗੇ। ਸੋ ਐਂਡ ਤੱਕ ਇਹ ਵੀਡੀਓ ਜ਼ਰੂਰ ਦੇਖਣਾ। ਹਾਂਜੀ ਸੋ ਸਭ ਤੋਂ ਪਹਿਲਾਂ ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਨਾ ਗੁੱਲੀ 5 ਸੈਕਿੰਡ 10 ਸੈਕਿੰਡ ਦਾ ਮੈਂ ਸਮਾਂ ਤੁਹਾਨੂੰ ਦਵਾਂਗਾ। ਠੀਕ ਹੈ ਤੁਸੀਂ ਆਪਣੇ ਦਿਮਾਗ ਤੇ ਥੋੜਾ ਜ਼ੋਰ ਪਾਓ ਕੀ ਇਹਦਾ ਕੁਝ ਤੁਹਾਨੂੰ ਪਤਾ ਲੱਗ ਰਿਹਾ ਵਾ, ਇਹਦਾ ਕੀ ਮਤਲਬ ਹੈ। ਠੀਕ ਹੈ ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਨਾ ਗੁੱਲੀ। ਸੋ ਇਹਦਾ ਜਵਾਬ ਹੈ ਜਦੋਂ ਕੋਈ ਬੰਦਾ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਭਰਮ ਜਾਵੇ ਅਤੇ ਉਸ ਨੂੰ ਛਲਾਵੇ ਦਾ ਗਿਆਨ ਹੋ ਜਾਵੇ। ਠੀਕ ਹੈ ਬਾਅਦ ਵਿੱਚ ਉਹ ਪਛਤਾਉਂਦਾ ਵਾ। ਠੀਕ ਹੈ ਸੋ ਅਗਰ ਲਿਟਰਲੀ ਮੈਂ ਤੁਹਾਨੂੰ ਦੱਸਾਂ ਤਾਂ ਕੀ ਆ, ਸ਼ਮਲਾ ਤੱਕ ਕੇ ਭੁੱਲੀ ਵੀ ਸ਼ਮਲੇ ਵਾਲੀ ਪੱਗ ਦੇਖ ਕੇ ਪੱਟ ਹੋ ਗਈ ਆ, ਕੁੱਲੀ ਗੁੱਲੀ ਦੇਖਿਆ ਹੀ ਨਹੀਂ ਘਰ ਬਾਹਰ ਹੈ ਕਿ ਨਹੀਂ ਹੈ। ਸੋ ਕੁੱਲੀ ਗੁੱਲੀ ਉਹਦੇ ਕੁਛ ਸੀਗੀ ਨਹੀਂ, ਬਸ ਸ਼ਮਲੇ ਵਾਲੀ ਪੱਗ ਦੇਖ ਕੇ ਜਿਹੜੀ ਹੈਗੀ ਆ ਪੱਟ ਹੋ ਗਈ। ਠੀਕ ਹੈ ਸੋ ਬਾਅਦ ਵਿੱਚ ਕੀ ਹੈ ਕਿ ਪਛਤਾਵਾ ਹੋ ਰਿਹਾ ਵਾ। ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਨਾ ਗੁੱਲੀ। ਠੀਕ ਹੈ ਜੀ ਸੋ ਅੱਗੇ ਦੂਸਰਾ ਅਖਾਣ ਤੁਹਾਡੇ ਸਾਹਮਣੇ। ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ। ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ। ਦਿਓ ਜੀ ਜਵਾਬ ਹੈ ਕਿਸੇ ਕੋਲ, ਸੋਚੋ ਜ਼ਰਾ। ਸੋ ਜਵਾਬ ਹੈ ਇਹਦਾ ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ ਉੱਪਰੋਂ ਹਾਲਾਤ ਵੀ ਇਹੋ ਜਿਹੇ ਮਿਲ ਜਾਣ। ਠੀਕ ਹੈ ਸੋ ਬੇਕਾਬੂ ਸੁਭਾਅ ਦਾ ਮਾਲਕ ਹੈ ਔਰ ਹਾਲਾਤ ਵੀ ਇਹੋ ਜਿਹੇ ਕੋਈ ਬਣ ਗਏ ਆ। ਠੀਕ ਹੈ ਸੋ ਬੇਕਾਬੂ ਹਾਲਾਤ ਬਣ ਗਏ ਆ। ਠੀਕ ਹੈ ਕੋਈ ਲੜਾਈ ਝਗੜਾ ਹੋ ਗਿਆ ਵਾ, ਸੋ ਉੱਥੇ ਜਿਹੜਾ ਹੈਗਾ ਇਹ ਵਰਤਿਆ ਜਾਂਦਾ ਹੈ ਅਖਾਣ ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜ ਗੱਜ। ਹਾਂਜੀ ਆਹ ਦੇਖੋ ਅਗਲਾ ਅਖਾਣ ਤੁਹਾਡੇ ਸਾਹਮਣੇ। ਗੁੜ ਘੀ ਮੈਦਾ ਤੇਰਾ ਜਲ ਫੂਕ ਬੈਸੰਤਰ ਮੇਰਾ। ਸੋ ਸੋਚੋ ਜ਼ਰਾ, ਇੱਕ ਚੈਲੰਜਿੰਗ ਜਿਹੜਾ ਹੈ ਅਖਾਣ ਹੈ ਪਰ ਫਿਰ ਵੀ ਸਮਝਿਆ ਜਾ ਸਕਦਾ ਹੈ ਅਗਰ ਦੇਖਿਆ ਜਾਵੇ। ਗੁੜ ਘੀ ਮੈਦਾ ਤੇਰਾ ਜਲ ਫੂਕ ਬੈਸੰਤਰ ਮੇਰਾ। ਠੀਕ ਹੈ ਜਦੋਂ ਕੋਈ ਬੰਦਾ ਸਾਂਝੀ ਚੀਜ਼ ਵਿੱਚੋਂ ਆਪਣਾ ਹਿੱਸਾ ਤਾਂ ਪੂਰਾ ਲੈਣਾ ਚਾਹੁੰਦਾ ਹੈ। ਠੀਕ ਹੈ ਆਪਣਾ ਹਿੱਸਾ ਲੈਣਾ ਚਾਹੁੰਦਾ ਪੂਰਾ ਸਾਂਝੀ ਚੀਜ਼ ਚੋਂ, ਪਰ ਉਹ ਆਪਣੇ ਹਿੱਸੇ ਦਾ ਖਰਚ ਕਰਨ ਤੋਂ ਸੰਕੋਚ ਕਰੇ, ਉਦੋਂ ਇਹ ਅਖੌਤ ਵਰਤੀ ਜਾਂਦੀ ਹੈ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ। ਠੀਕ ਹੈ ਸੋ ਦੇਖੋ ਉਹ ਕੀ ਕਹਿੰਦਾ ਪਿਆ ਵਾ ਵੀ ਜਿਹੜਾ ਖਰਚੇ ਵਾਲਾ ਕੰਮ ਆ ਤੇਰਾ, ਗੁੜ ਵੀ ਤੇਰਾ ਘਿਓ ਵੀ ਤੇਰਾ ਮੈਦਾ ਵੀ ਤੇਰਾ। ਠੀਕ ਹੈ ਤੇ ਜਲ ਪਾਣੀ ਮੇਰਾ ਫੂਕ ਮੇਰੀ ਬੈਸੰਤਰ ਹੁੰਦੀ ਆ ਅੱਗ। ਠੀਕ ਹੈ ਅੱਗ ਮੇਰੀ। ਠੀਕ ਹੈ ਸੋ ਖਰਚੇ ਵਾਲਾ ਕੰਮ ਪਾ ਦਿੱਤਾ ਸਾਰੇ ਉੱਤੇ ਉਹਦਾ। ਠੀਕ ਹੈ ਔਰ ਬਾਅਦ ਵਿੱਚ ਆਪਾਂ ਚੀਜ਼ ਕੱਢ ਲਾਂਗੇ ਅੱਧੀ ਅੱਧੀ ਵੰਡ ਲਵਾਂਗੇ। ਠੀਕ ਹੈ ਸੋ ਇਸ ਕਰਕੇ ਕਿਹਾ ਵਾ ਕਿ ਸਾਂਝੀ ਚੀਜ਼ 'ਚ ਹੱਕ ਪੂਰਾ ਲੈਣਾ ਵਾ, ਪਰ ਜਿੱਥੇ ਖਰਚਾ ਹੋਣਾ ਇੱਥੇ ਪੈਸੇ ਲੱਗਣੇ ਉਹ ਲਾਉਣੇ ਨਹੀਂ ਆ। ਠੀਕ ਹੈ ਜੀ ਇਸ ਤੋਂ ਅੱਗੇ ਅੰਮਾ ਨਾਲੋਂ ਹੇਜਲੀ ਸੋ ਫੱਫੇ ਕੁੱਟਣ। ਅੰਮਾ ਨਾਲੋਂ ਹੇਜਲੀ ਸੋ ਫੱਫੇ ਕੁੱਟਣ। ਕੀ ਮਤਲਬ ਹੁੰਦਾ ਹੈ ਫੱਫੇ ਕੁੱਟਣ ਦਾ? ਠੀਕ ਹੈ ਫੱਫੇ ਕੁੱਟਣ ਦਾ ਮਤਲਬ ਹੁੰਦਾ ਵਾ ਪਖੰਡ ਕਰਨਾ, ਧੋਖਾ ਕਰਨਾ। ਅੰਮਾ ਨਾਲੋਂ ਹੇਜਲੀ ਫੱਫੇ ਕੁੱਟਣ। ਸੋ ਪੂਰੇ ਅਖਾਣ ਦਾ ਮਤਲਬ ਹੋ ਜਾਂਦਾ ਵਾ ਜਦੋਂ ਕੋਈ ਬੰਦਾ ਕਿਸੇ ਦੂਜੇ ਨਾਲ
ਉਸਦੇ ਸਕਿਆਂ ਨਾਲੋਂ ਵੀ ਵੱਧ ਪਿਆਰ ਹੋਣ ਦਾ ਪਾਖੰਡ ਕਰੇ। ਠੀਕ ਹੈ, ਅੰਮਾਂ ਨਾਲੋਂ ਵੀ ਹੇਜਲੀ ਹੋਣ ਦਾ ਜਿਹੜਾ ਹੈਗਾ ਉਹ ਪਖੰਡ ਕਰੇ, ਉਦੋਂ ਵਰਤਿਆ ਜਾਂਦਾ ਹੈ ਇਹ ਅਖਾਣ। ਠੀਕ ਹੈ ਜੀ, ਅਗਲਾ ਅਖਾਣ ਤੁਹਾਡੇ ਸਾਹਮਣੇ ਆ। ਸੋ ਛੇਤੀ ਛੇਤੀ ਜੋ ਹੈ ਸੋਚਦੇ ਜਾਓ ਇਹਦਾ ਕੀ ਜਵਾਬ ਹੋਏਗਾ। ਆਪਣੀ ਮੱਝ ਦਾ ਦੁੱਧ ਸੋ ਕੋਹ ਤੇ ਜਾ ਪੀਵੀਦਾ ਏ। ਆਪਣੀ ਮੱਝ ਦਾ ਦੁੱਧ ਸੋ ਕੋਹ ਤੇ ਜਾ ਕੇ ਪੀਵੀਦਾ ਏ। ਕੀ ਹੋਏਗਾ ਇਹਦਾ ਖਾਣ ਦਾ ਮਤਲਬ। ਠੀਕ ਹੈ, ਸੋ ਇਹ ਕਦੋਂ ਕਿਹਾ ਜਾਂਦਾ ਵਾ ਕਿ ਜਦੋਂ ਅਸੀਂ ਘਰ ਆਏ ਮਹਿਮਾਨ ਦੀ ਕੋਈ, ਜਦੋਂ ਉਹਦੀ ਸੇਵਾ ਕਰਦੇ ਆ, ਟਹਿਲ ਕਰਦੇ ਆ, ਤੇ ਸਾਨੂੰ ਉਹ ਕਦੋਂ ਮੁੜਦਾ ਵਾ, ਜਦੋਂ ਅਸੀਂ ਉਹਦੇ ਘਰ ਜਾਂਦੇ ਆ। ਜਦੋਂ ਅਸੀਂ ਉਹਦੇ ਘਰ ਜਾਂਦੇ ਆ, ਉੱਥੇ ਜਾਂਦੇ ਆ, ਤਾਂ ਉਹ ਸਾਡੀ ਜਿਹੜੀ ਹੈਗੀ ਆ ਦੁਬਾਰਾ ਉਹ ਵੀ ਸੇਵਾ ਕਰਦਾ ਵਾ। ਸੋ ਇਸੇ ਕਰਕੇ ਕਿਹਾ ਵੀ ਆਪਣੇ ਮੱਝ ਦਾ ਦੁੱਧ ਸੌ ਕੋਹ ਤੇ ਜਾ ਪੀਵੀਦਾ ਏ। ਠੀਕ ਹੈ ਜੀ, ਉਦੋਂ ਇਹ ਅਖਾਣ ਵਰਤਿਆ ਜਾਂਦਾ ਵਾ ਜਦੋਂ ਇਹ ਦੱਸਣਾ ਹੋਵੇ। ਠੀਕ ਹੈ ਜੀ, ਅੱਗੇ ਦੇਖੋ, ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ। ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ। ਕੀ ਹੋਏਗਾ ਇਸ ਅਖਾਣ ਦਾ ਮਤਲਬ। ਕਿੰਨੇ ਸੁਣਿਆ ਇਹ ਅਖਾਣ। ਸੋ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਅਖਾਣ ਕਿਸ ਤਰ੍ਹਾਂ ਦੇ ਲੱਗੇ। ਠੀਕ ਹੈ, ਕਿਉਂਕਿ ਮੈਂ ਬੜੇ ਹੀ ਇਹਨਾਂ ਨੂੰ ਚੁਣ ਕੇ ਪੂਰੇ ਦਿਨ ਦੀ ਮਿਹਨਤ ਕਰਕੇ ਤੁਹਾਡੇ ਲਈ ਲੈ ਕੇ ਆਇਆ ਹਾਂ ਇਹ ਅਖਾਣ, ਤਾਂ ਕਿ ਤੁਹਾਨੂੰ ਜਿਹੜੇ ਹੈਗੇ ਨੋਰਮਲ ਅਖਾਣਾਂ ਦੇ ਵਿੱਚੋਂ ਜਿਹੜੇ ਜ਼ਿਆਦਾਤਰ ਪਤਾ ਹੁੰਦਾ ਵਾ ਸਾਨੂੰ, ਸੋ ਉਹਦੇ ਵਿੱਚੋਂ ਸਾਨੂੰ ਇੱਕ ਸਪੈਸ਼ਲ ਚੀਜ਼ ਮਿਲ ਸਕੇ। ਠੀਕ ਹੈ, ਸੋ ਇਹਦਾ ਮਤਲਬ ਹੈ ਜਦੋਂ ਕੋਈ ਦੂਸਰੇ ਦੀ ਲੋੜ ਤੋਂ ਬਿਲਕੁਲ ਬੇਪਰਵਾਹ ਹੋ ਕੇ ਉਸਦੀ ਅਤ ਲੋੜੀਂਦੀ ਚੀਜ਼ ਮੰਗੇ। ਠੀਕ ਹੈ, ਕੋਈ ਕਿਸਾਨ ਹੈ, ਉਹਦੀ ਕਹਿ ਲਓ ਕਿ ਵਾਹੀ ਦੇ ਦਿਨ ਚੱਲਦੇ ਆ, ਫਸਲ ਬੀਜਣੀ ਆ, ਤੇ ਉਦੋਂ ਕੋਈ ਆ ਜਾਵੇ ਮੰਗਣ ਵੀ ਭਾਈ ਮੈਨੂੰ ਟਰੈਕਟਰ ਦੇ ਦੇ ਆਪਣਾ। ਠੀਕ ਹੈ, ਮੈਂ ਜਾਣਾ ਆਨੰਦਪੁਰ। ਓਕੇ, ਸੋ ਇਸ ਤਰੀਕੇ ਨਾਲ ਵੀ ਭਾਈ ਉਹਦੀ ਲੋੜ ਆ, ਉਹਨੂੰ ਇਸ ਟਾਈਮ ਪੂਰੀ ਲੋੜ ਆ, ਤੇ ਤੂੰ ਉਹ ਤੋਂ ਉਹਦੀ ਚੀਜ਼ ਮੰਗੀ ਜਾਂਦਾ ਵਾ। ਓਕੇ, ਉਹਦੀ ਬਿਲਕੁਲ ਕਹਿ ਲਓ ਕਿ ਪਰਵਾਹ ਕੀਤੇ ਬਿਨਾਂ। ਠੀਕ ਹੈ, ਸੋ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ। ਠੀਕ ਹੈ, ਇਸ ਤਰੀਕੇ ਨਾਲ ਗਿਆ ਵੀ ਉਹਦੀਆਂ ਅੱਖਾਂ ਹੀ ਮੰਗ ਰਹੀਆਂ ਜਿਹੜੀਆਂ ਕਿ ਇੰਨੀਆਂ ਜ਼ਰੂਰੀ ਚੀਜ਼ ਆ ਉਹਦੇ ਲਈ। ਓਕੇ, ਸੋ ਅੱਗੇ ਦੇਖੋ ਜੀ, ਬਹੁਤ ਸੋਹਣਾ ਤੁਹਾਡੇ ਸਾਹਮਣੇ ਅਖਾਣ ਆਇਆ ਹੈ। ਗਏ ਨਿਮਾਣੇ ਰੋਜੜੇ ਰਹਿ ਗਏ 9 ਤੇ 20। ਠੀਕ ਹੈ, ਸੋ ਇਹ ਬੜਾ ਮੋਟੀਵੇਸ਼ਨਲ ਅਖਾਣ ਆ, ਤੁਹਾਨੂੰ ਵੀ ਜ਼ਰੂਰ ਮੋਟੀਵੇਸ਼ਨ ਦੇਵੇਗਾ। ਓਕੇ, ਸੋ ਕੀ ਮਤਲਬ ਹੁੰਦਾ ਵਾ ਇਹਦਾ। ਦੇਖੋ, ਰੋਜ਼ਿਆਂ ਦੀ ਗੱਲ ਕੀਤੀ ਗਈ ਆ। ਠੀਕ ਹੈ, ਵੀ ਰੋਜ਼ਾ ਹੁੰਦਾ ਪੂਰੇ ਮਹੀਨੇ ਦਾ। ਠੀਕ ਹੈ, ਪੂਰੇ ਮਹੀਨੇ ਰੋਜ਼ੇ ਚੱਲਦੇ ਆ ਵਾ, ਔਰ ਕਿੰਨੇ 30 ਦਿਨ ਹੋ ਗਏ, ਔਰ ਇਹ ਕੀ ਕਹਿੰਦਾ ਵਾ, ਗਏ ਨਿਮਾਣੇ ਰੋਜੜੇ ਰਹਿ ਗਏ 9 ਤੇ 20। 9 ਤੇ 20 ਕਿੰਨੇ ਹੁੰਦੇ ਆ, 29 ਰਹਿ ਗਏ। 29 ਹੱਲੇ ਵੀ ਰਹਿ ਗਏ ਆ, ਔਰ ਕਹਿੰਦਾ ਪਿਆ ਗਏ ਨਿਮਾਣੇ ਰੋਜੜੇ ਤਾਂ ਮੁੱਕ ਗਏ ਬਸ, 9 ਤੇ 20 ਰਹਿ ਗਏ ਆ। ਸੋ ਇਹ ਕਦੋਂ ਵਰਤਿਆ ਜਾਂਦਾ ਅਖਾਣ, ਜਦ ਕਰਨ ਵਾਲਾ ਕੰਮ ਤਾਂ ਬਹੁਤ ਪਿਆ ਹੋਵੇ, ਤਾਂ ਮਨ ਨੂੰ ਧਰਵਾਸ ਦੇਣ ਲਈ ਇਹ ਅਖੌਤ ਵਰਤੀ ਜਾਂਦੀ ਆ। ਆਪਣੇ ਮਨ ਨੂੰ ਧਰਵਾਸ ਦੇਣ ਲਈ, ਬੇਵਕੂਫ ਬਣਾਉਣ ਲਈ, ਯਾਰ ਕੰਮ ਤਾਂ ਹੋ ਗਿਆ ਬਸ, 9 ਤੇ 20 ਰੋਜੇ ਰਹਿ ਗਏ ਆ। ਹਾਲਾਂਕਿ ਇੱਕ ਦਿਨ ਹੀ ਲੰਘਾ, ਹਲੇ 29 ਦਿਨ ਪਏ ਆ। ਠੀਕ ਹੈ, ਕੰਮ ਬਹੁਤ ਪਿਆ ਵਾ, ਪਰ ਮਨ ਨੂੰ ਧਰਵਾਸਾ ਦੇਣ ਦੇ ਲਈ। ਠੀਕ ਹੈ, ਸੋ ਇਦਾਂ ਹੀ ਤੁਸੀਂ ਵੀ ਧਰਵਾਸਾ ਦੇਣਾ ਆਪਣੇ ਮਨ ਨੂੰ। ਗਏ ਨਿਮਾਣੇ ਰੋਜੜੇ ਰਹਿ ਗਏ 9 ਤੇ 20। ਓਕੇ, ਹਾਂਜੀ, ਅੱਗੇ ਅਗਲਾ ਜੋ ਹੈ ਸਵਾਲ, ਅਗਲਾ ਅਖਾਣ, ਖੇਤੀ ਖਸਮਾਂ ਸੇਤੀ। ਥੋੜਾ ਫੈਮੀਲੀਅਰ ਆ, ਥੋੜਾ ਸੁਣਿਆ ਵਾ, ਪਰ ਕੀ ਤੁਹਾਨੂੰ ਇਹਦਾ ਜਵਾਬ ਪਤਾ ਵਾ। ਖੇਤੀ ਖਸਮਾਂ ਜੇ ਸੇਤੀ, ਕੀ ਹੈ ਇਸ ਅਖਾਣ ਦਾ ਮਤਲਬ। ਸੋ ਇਸ ਅਖਾਣ ਦਾ ਮਤਲਬ ਹੈ ਕਿ ਹਰ ਕੰਮ ਵਿੱਚ ਨਿਗਰਾਨੀ ਜ਼ਰੂਰੀ ਹੈ। ਠੀਕ ਹੈ, ਨਰਿੰਦਰ ਤੈਨੂੰ ਆਪਣੇ ਵਪਾਰ ਦਾ ਖੁਦ ਧਿਆਨ ਰੱਖਣਾ ਚਾਹੀਦਾ ਹੈ, ਆਪਣੇ ਨੌਕਰਾਂ ਤੇ ਨਹੀਂ ਛੱਡ ਦੇਣਾ ਚਾਹੀਦਾ। ਲੋਕ ਆਖਦੇ ਨੇ ਖੇਤੀ ਖਸਮਾਂ ਸੇਤੀ। ਠੀਕ ਹੈ, ਆਪਣੇ ਕੰਮ ਦੀ ਨਿਗਰਾਨੀ ਕਰੋਗੇ ਤਾਂ ਹੀ ਜਿਹੜਾ ਹੈਗਾ ਉਹਦੇ ਵਿੱਚ ਸਫਲ ਹੋਵੋਗੇ। ਖੇਤੀ ਖਸਮਾਂ ਸੇਤੀ। ਓਕੇ, ਅਗਲਾ ਜੋ ਮੁਹਾਵਰਾ, ਫੇਰ ਬੜਾ ਹੀ ਦਿਲਚਸਪ ਮੁਹਾਵਰਾ, ਕੁੱਕੜ ਖੇ ਉਡਾਏ ਤੇ ਆਪਣੇ ਝਾਟੇ ਪਾਏ। ਠੀਕ ਹੈ, ਕੁੱਕੜ ਖੇ ਉਡਾਏ ਤੇ ਆਪਣੇ ਝਾਟੇ ਪਾਏ। ਠੀਕ ਹੈ, ਕੁੱਕੜ ਖੇ ਉਡਾਊਗਾ ਤੇ ਆਪਣੇ ਝਾਟੇ ਵਿੱਚ ਹੀ ਪਾਊਗਾ। ਓਕੇ, ਸੋ ਕੀ ਮਤਲਬ ਹੈ ਇਹਦਾ ਬਣਦਾ। ਠੀਕ ਹੈ, ਇਹ ਉਦੋਂ ਵਰਤਿਆ ਜਾਂਦਾ ਵਾ ਇਹ ਮੁਹਾਵਰਾ ਜਦੋਂ ਕਿ ਕੋਈ ਇਹੋ ਜਿਹਾ ਕੰਮ ਕਰ ਦਿੰਦਾ ਵਾ। ਠੀਕ ਹੈ, ਕਿ ਉਹਦੇ ਨਾਲ ਉਹਦੀ ਆਪਣੀ ਬੇਇੱਜ਼ਤੀ ਹੋ ਜਾਂਦੀ ਆ। ਜਦੋਂ ਕੋਈ ਵਿਅਕਤੀ ਕਿਸੇ ਘਟੀਆ ਗੱਲ ਕਾਰਨ ਆਪਣੀ ਬੇਇੱਜ਼ਤੀ ਆਪ ਹੀ ਕਰਵਾ ਲਵੇ,
ਉਦੋਂ ਇਹ ਅਖੌਤ ਵਰਤਦੇ ਹਨ। ਠੀਕ ਹੈ, ਕੋਈ ਇਹੋ ਜਿਹਾ ਲੜਾਈ ਝਗੜਾ ਪਾ ਕੇ ਬਹਿ ਗਿਆ ਇਹੋ ਜਿਹੀ ਗੱਲ ਉੱਤੇ, ਠੀਕ ਹੈ, ਕਿ ਉੱਤੇ ਕੋਈ ਤਮਾਸ਼ਾ ਕਰ ਦਿੱਤਾ ਤੇ ਉਹਦੀ ਬਾਅਦ ਵਿੱਚ ਆਪਣੇ ਆਪ ਹੀ ਆਪ ਦੀ ਬੇਇੱਜ਼ਤੀ ਹੋ ਜਾਵੇ। ਸੋ ਕਿੱਕੜ ਖੇ ਉਡਾਏ ਤੇ ਆਪਣੇ ਝਾਟੇ ਪਾਏ। ਓਕੇ, ਸੋ ਇਸ ਤਰ੍ਹਾਂ ਦੇ ਹੀ ਬਿਲਕੁਲ ਯੂਨੀਕ ਜਿਹੜੇ ਹੈਗੇ ਆ, ਜਿਹੜੇ ਅਣਸੁਣੇ ਅਖਾਣ ਜਿਹੜੇ ਅਸੀਂ ਪਹਿਲਾਂ ਕਦੇ ਨਹੀਂ ਸੁਣੇ ਹੋਣਗੇ, ਉਹ ਬਿਲਕੁਲ ਐਂਡ ਤੱਕ ਅੱਜ ਤੁਹਾਨੂੰ ਮਿਲਣਗੇ। ਔਰ ਤੁਸੀਂ ਬਣੇ ਰਹੋ ਇਸ ਵੀਡੀਓ ਤੱਕ। ਔਰ ਅਗਲਾ ਅਖਾਣ ਬਿਲਕੁਲ ਬਹੁਤ ਵਧੀਆ, ਨੌ ਸੱਸ ਦੇ ਉੱਤੇ। ਉੱਠ ਨੀ ਨੋਹੇ ਨਿਸਲ ਹੋ, ਚਰਖਾ ਛੱਡ ਤੇ ਚੱਕੀ ਝੋ। ਠੀਕ ਹੈ, ਉੱਠ ਨੀ ਨੋਹੇ ਨਿਸਲ ਹੋ, ਚਰਖਾ ਛੱਡ ਤੇ ਚੱਕੀ ਝੋ। ਦੱਸੋ ਕੀ ਹੈ ਇਸ ਅਖਾਣ ਦਾ ਮਤਲਬ? ਠੀਕ ਹੈ, ਸੋ ਇਸ ਅਖਾਣ ਦਾ ਮਤਲਬ ਹੈ, ਇੱਥੇ ਕਹਿ ਰਹੀ ਹੈ ਸੱਸ ਨੌ ਨੂੰ, ਠੀਕ ਹੈ, ਉੱਠ ਨੀ ਨੋਹੇ ਨਿਸਲ ਹੋ, ਨਿਸਲ ਹੋ ਥੋੜਾ ਆਰਾਮ ਕਰ ਲੈ, ਚਰਖਾ ਛੱਡ ਦੇ ਹੁਣ ਤੇ ਚੱਕੀ ਝੋਲਾ। ਠੀਕ ਹੈ, ਸੋ ਚੱਕੀ ਜਿਹੜੀ ਹੈਗੀ ਆ ਤੂੰ ਉਹ ਪੀਸ ਲਾ ਜਾ ਕੇ, ਹੁਣ ਚਰਖਾ ਛੱਡ ਦੇ। ਹੁਣ ਦੇਖੋ ਕੰਮ ਕੀ ਲਾ ਰਹੀ ਆ, ਸੌਖੇ ਕੰਮ ਤੋਂ ਔਖੇ ਕੰਮ ਤੇ ਲਾ ਰਹੀ ਆ। ਕਹਿ ਰਹੀ ਆ ਉੱਠ ਨੀ ਨੇਹ ਨਿਸਲ ਹੋ, ਆਰਾਮ ਕਰ ਲਾ ਥੋੜਾ, ਹੈ, ਤੇ ਚਰਖਾ ਛੱਡ ਤੇ ਚੱਕੀ ਢੋ। ਸੋ ਇਹ ਉਸ ਟਾਈਮ ਵਰਤਿਆ ਜਾਂਦਾ ਵਾ ਇਹ ਅਖਾਣ, ਜਦੋਂ ਕਹਿੰਦੇ ਨੇ ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ, ਉਦੋਂ ਵਰਤਿਆ ਜਾਂਦਾ ਹੈ ਇਹ ਅਖਾਣ। ਠੀਕ ਹੈ, ਸਮਝੇ? ਹਾਂਜੀ, ਅਗਲਾ ਅਖਾਣ ਫੇਰ ਤੁਹਾਡਾ, ਹੀਲੇ ਰਿਜ਼ਕ ਬਹਾਨੇ ਮੌਤ। ਓਕੇ, ਹੀਲੇ ਰਿਜ਼ਕ ਬਹਾਨੇ ਮੌਤ। ਸੋ ਬਿਲਕੁਲ ਇਹ ਵੀ ਸਾਡੇ ਲਈ ਇੱਕ ਮੋਟੀਵੇਸ਼ਨ ਵਾਲਾ ਅਖਾਣ ਹੈ। ਓਕੇ, ਸੋ ਪੜ੍ਹ ਕੇ ਵੀ ਕਾਫੀ ਹਜੇ ਤੱਕ ਸਮਝ ਲੱਗਦਾ ਵਾ। ਇਹਦਾ ਮਤਲਬ ਇਹ ਆ ਕਿ ਹੀਲਾ ਕਰੀਏ, ਜਦੋਂ ਅਸੀਂ ਕੋਈ ਉੱਦਮ ਕਰੀਏ ਤਾਂ ਉਹਦੇ ਨਾਲ ਰਿਜ਼ਕ ਬਣਦਾ ਹੈ, ਉਹਦੇ ਨਾਲ ਸਾਨੂੰ ਕਮਾਈ ਮਿਲਦੀ ਹੈ, ਘਰ ਦੀ ਰੋਟੀ ਚੱਲਦੀ ਹੈ, ਸਾਡਾ ਕੰਮ ਸਰਦਾ ਹੈ। ਬਹਾਨੇ ਨਾਲ ਕੁਛ ਨਹੀਂ ਬਣਦਾ, ਬਹਾਨੇ ਮੌਤ। ਓਕੇ, ਰੋਜ਼ੀ ਕਮਾਉਣ ਲਈ ਉੱਦਮ ਕਰਨਾ ਪੈਂਦਾ ਹੈ ਅਤੇ ਮੌਤ ਕਿਸੇ ਨਾ ਕਿਸੇ ਕਾਰਨ ਕਰਕੇ ਹੁੰਦੀ ਹੈ। ਠੀਕ ਹੈ, ਸੋ ਇਹ ਹੈ ਇਹਦਾ ਜੋ ਮਤਲਬ। ਅਗਲਾ ਜੋ ਹੈ ਅਖਾਣ ਤੁਹਾਡੇ ਸਾਹਮਣੇ ਹੁਣ, ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ। ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ। ਸੋ 5 ਤੋਂ 10 ਸੈਕਿੰਡ ਮੈਂ ਦਿੰਦਾ ਤੁਹਾਨੂੰ ਹਮੇਸ਼ਾ, ਕਿਉਂਕਿ ਮੈਂ ਚਾਹੁੰਦਾ ਵਾ ਕਿ ਤੁਹਾਡੇ ਦਿਮਾਗ ਦੀ ਕੁਛ ਐਕਸਰਸਾਈਜ਼ ਹੋਵੇ। ਮੈਂ ਸਿੱਧਾ ਹੀ ਤੁਹਾਨੂੰ ਇੱਕਦਮ ਬੋਲ ਕੇ ਹਰੇਕ ਚੀਜ਼ ਵੀ ਦੱਸ ਸਕਦਾ ਸੀਗਾ, ਪਰ ਮੇਰਾ ਇੱਥੇ ਜੋ ਮੇਰਾ ਲੈਕਚਰ ਹੈ ਇਸ ਹਿਸਾਬ ਨਾਲ ਹੈ ਕਿ ਜਿਹੜਾ ਸੁਣਨ ਵਾਲਾ ਹੈ ਉਹਦੀ ਕੁਛ ਦਿਮਾਗ ਦੀ ਪਹਿਲਾਂ ਐਕਸਰਸਾਈਜ਼ ਹੋਵੇ। ਠੀਕ ਹੈ, ਉਹਦੇ ਸਾਹਮਣੇ ਇੱਕ ਚੈਲੰਜ ਬਣ ਕੇ ਆਵੇ, ਇੱਕ ਕੁਐਸਚਨ ਬਣ ਕੇ ਆਵੇ। ਠੀਕ ਹੈ, ਸੋ ਕੀ ਹੈ ਇਹਦਾ ਜਵਾਬ? ਜਦੋਂ ਕਿਸੇ ਮੂਰਖ ਦੀ ਮੂਰਖਤਾ ਨੂੰ ਵਧੇਰੇ ਕਰਕੇ ਦੱਸਣਾ ਹੋਵੇ। ਠੀਕ ਹੈ, ਇੱਕ ਕਮਲੀ ਉੱਤੋਂ ਪੈ ਗਈ ਸਿਵਿਆਂ ਦੇ ਰਾਹ। ਠੀਕ ਹੈ, ਕਿਸੇ ਨੇ ਮੂਰਖ ਵਾਲਾ ਕੰਮ ਕੀਤਾ ਵਾ, ਉੱਤੋਂ ਉਹਨੂੰ ਹੋਰ ਵਧਾ ਕੇ ਜਿਹੜਾ ਹੈ ਦੱਸਣਾ ਹੋਵੇ। ਠੀਕ ਹੈ, ਸੋ ਉੱਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ ਭਰਜਾਈ ਦੀ ਗੱਲ ਆ ਗਈ ਹੈ। ਉੱਜੜੀਆਂ ਭਰਜਾਈਆਂ ਵਲੀ। ਠੀਕ ਹੈ, ਸੋ ਵਲੀ ਕਿਹਨਾਂ ਨੂੰ ਕਹਿ ਦਿੰਦੇ ਹਨ? ਵਲੀ ਵੀ ਜਿਹੜਾ ਹੈਗਾ ਵੈਸੇ ਤਾਂ ਇੱਕ ਜੋ ਹੈ ਧਾਰਮਿਕ ਫਿਗਰ ਹੁੰਦੀ ਆ। ਠੀਕ ਹੈ, ਪਰ ਇਹਨਾਂ ਨੂੰ ਕਈ ਲੋਕ ਇਸ ਤਰ੍ਹਾਂ ਵੀ ਦੇਖਦੇ ਆ ਵੀ ਇਹ ਲੋਕ ਤਾਂ ਵਿਹਲੇ ਆ। ਠੀਕ ਹੈ, ਵਿਹਲੇ ਖਾਂਦੇ ਆ, ਓਕੇ, ਇੱਧਰ ਉੱਧਰ ਘੁੰਮਦੇ ਆ। ਸੋ ਉਸ ਤਰੀਕੇ ਨਾਲ ਇਹ ਲਿਖਿਆ ਹੋਇਆ ਵਾ। ਠੀਕ ਹੈ, ਇਹ ਅਖਾਣ ਬਣਿਆ ਹੋਇਆ ਵਾ ਕਿ ਉੱਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ, ਮਤਲਬ ਕਿ ਜੇਕਰ ਘਰ ਦੇ ਵੱਡੇ ਵਡੇਰੇ ਹੀ ਨਿਕੰਮੇ ਹੋਣ, ਠੀਕ ਹੈ, ਤਾਂ ਉਹਨਾਂ ਦਾ ਆਸਰਾ ਭਾਲਣ ਵਾਲਿਆਂ ਦਾ ਹਾਲ ਵੀ ਮੰਦਾ ਹੀ ਹੁੰਦਾ ਹੈ। ਜੇ ਵੱਡੇ ਵਡੇਰੇ ਘਰ ਦੇ ਨਿਕੰਮੇ ਹੋਣ ਤਾਂ ਛੋਟੇ ਜਿਹੜੇ ਹੈਗੇ ਆ ਉਹਨਾਂ ਦਾ ਹਾਲ ਮੰਦਾ ਹੁੰਦਾ ਵਾ, ਜਿਹੜੇ ਵੱਡਿਆਂ ਦੇ ਉੱਤੇ ਡਿਪੈਂਡ ਕਰਦੇ ਆ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਉੱਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ। ਓਕੇ, ਅਗਲਾ ਜਿਹੜਾ ਹੈਗਾ ਅਖਾਣ ਤੁਹਾਡੇ ਸਾਹਮਣੇ, ਉਜੜੇ ਪਿੰਡ ਭੜੋਲਾ ਮਹਿਲ। ਉਜੜੇ ਪਿੰਡ ਭੜੋਲਾ ਮਹਿਲ। ਸੋ ਕੀ ਹੈ ਇਸ ਅਖਾਣ ਦਾ ਮਤਲਬ? ਸੋਚੋ, ਆਪਣੇ ਆਪ ਨੂੰ ਟਾਈਮ ਦਿਓ। ਉਜੜੇ ਪਿੰਡ ਭੜੋਲਾ ਮਹਿਲ, ਇਹਦਾ ਜਵਾਬ ਹੈ ਜਦੋਂ ਕਿ ਕਿਸੇ ਥਾਂ ਕੋਈ ਚੰਗੀ ਚੀਜ਼ ਨਾ ਲੱਭੇ। ਠੀਕ ਹੈ, ਪਿੰਡ ਉੱਜੜ ਚੁੱਕਾ ਵਾ, ਕੋਈ ਚੰਗੀ ਚੀਜ਼ ਹੈ ਹੀ ਨਹੀਂ ਆ ਉੱਥੇ, ਤਾਂ ਫਿਰ ਕੀ ਹੁੰਦਾ ਵਾ, ਜਿਹੜੀ ਮਾੜੀ ਮੋਟੀ ਨਿਕੰਮੀ ਸ਼ੈ ਆ ਉਹਦੀ ਵੀ ਕਦਰ ਪੈ ਜਾਂਦੀ ਆ। ਠੀਕ ਹੈ, ਸੋ ਜਿਹਨੂੰ ਪਹਿਲਾਂ ਕੋਈ ਨਹੀਂ ਪੁੱਛਦਾ ਸੀਗਾ, ਭੜੋਲੀ ਨੂੰ, ਓਕੇ, ਉਹ ਵੀ ਮਹਿਲਾਂ ਵਿੱਚ ਜਾ ਪੈਂਦੀ ਹੈ, ਮਤਲਬ ਉਹਦੀ ਵੀ ਕਦਰ ਪੈ ਜਾਂਦੀ ਹੈ। ਠੀਕ ਹੈ, ਜਦੋਂ ਕੋਈ ਚੰਗੀ ਚੀਜ਼ ਨਾ ਲੱਭੇ। ਉਜੜੇ ਪਿੰਡ ਭੜੋਲਾ ਮਹਿਲ। ਠੀਕ ਹੈ ਜੀ, ਹਾਂਜੀ। ਉੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ। ਅਖਾਣ ਫੇਰ
एक चैलेंजिंग अखान है। उड़क बच्चा मूलिया तू हट्टी बहना, की है इसका जवाब? सो इसका जवाब है, ਜਦੋਂ ਕੋਈ ਕਦੇ ਕਿਸੇ ਕੰਮ ਨੂੰ ਹੱਥ ਪਾਵੇ ਅਤੇ ਕਦੇ ਕਿਸੇ ਨੂੰ ਪਰ ਸਫਲ ਕਿਸੇ ਵਿੱਚ ਨਾ ਹੋਵੇ ਤਾਂ ਅੰਤ ਨੂੰ ਹਾਰ ਕੇ ਪਿਤਾ ਪੁਰਖੀ ਕੰਮ ਹੀ ਕਰਨਾ ਪੈਂਦਾ ਹੈ। ਠੀਕ ਹੈ, ਟਰਾਈ ਕੀਤੇ ਬਹੁਤ ਕੰਮ, ਓਕੇ, ਪਰ ਕਿਸੇ ਜਿਹੜਾ ਹੈਗਾ ਸੂਤ ਬੈਠਾ ਨਹੀਂ, ਸਫਲਤਾ ਮਿਲੀ ਨਹੀਂ। ਸੋ ਐਂਡ ਤੇ ਕਿੱਥੇ ਆ ਗਿਆ? ਜੋ ਪਿਤਾ ਪੁਰਖੀ ਕੰਮ ਸੀ ਉਹਦੇ ਉੱਤੇ ਆ ਗਿਆ। ਸੋ ਕਿਹਾ ਜਾਂਦਾ ਹੈ ਇਸ ਚੀਜ਼ ਨੂੰ ਦਰਸਾਉਣ ਲਈ, ਉੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ। ਠੀਕ ਹੈ, ਸੋ ਇੱਥੇ ਜੋ ਤੁਹਾਡੇ ਲਈ ਇੰਪੋਰਟੈਂਟ ਹੈ, ਇੰਪੋਰਟੈਂਟ ਨਾ ਸਿਰਫ ਉਹਦਾ ਮਤਲਬ ਹੈ, ਅਰਥ ਹੀ ਨਹੀਂ ਹੈ, ਬਲਕਿ ਪੂਰਾ ਜਿਹੜਾ ਅਖਾਣ ਹੈ। ਦੇਖੋ ਜਿਸ ਤਰ੍ਹਾਂ ਪਿਛਲੀ ਵਾਰ ਕੁਐਸਚਨ ਆਏ ਆ, ਠੀਕ ਹੈ, ਉਹਨਾਂ ਨੇ ਕੀ ਪੁੱਛਿਆ? ਠੀਕ ਹੈ, ਲਾਹੌਰ ਦੇ ਸ਼ੌਕੀਨ ਤੇ ਬੋਝੇ ਵਿੱਚ ਡੈਸ਼, ਠੀਕ ਹੈ, ਡੈਸ਼ ਲਿਖ ਦਿੱਤੀ ਵੀ ਹੁਣ ਇਹਨੂੰ ਪੂਰਾ ਕਰੋ। ਠੀਕ ਹੈ, ਸੋ ਉਹਨੂੰ ਤੁਸੀਂ ਪੂਰਾ ਕਰਦੇ ਆ, ਬੋਝੇ ਵਿੱਚ ਗਾਜਰਾਂ। ਠੀਕ ਹੈ, ਜੋ ਆਪਸ਼ਨ ਦਿੱਤੇ ਹੁੰਦੇ ਆ। ਸੋ ਇਸੇ ਤਰੀਕੇ ਨਾਲ ਤੁਹਾਨੂੰ ਇਹ ਜਿਹੜੇ ਹੈਗੇ ਆ, ਇਹ ਅਖਾਣ ਜਿਹੜੇ ਹੈਗੇ ਆ, ਇਹ ਵੀ ਤੁਹਾਨੂੰ ਰੱਟੇ ਹੋਣੇ ਚਾਹੀਦੇ ਆ। ਠੀਕ ਹੈ, ਜਾਂ ਜੀਭ ਦੇ ਉੱਤੇ ਤੁਹਾਨੂੰ ਪਤਾ ਹੋਣਾ ਚਾਹੀਦਾ, ਐਟਲੀਸਟ ਤੁਸੀਂ ਉਹਨਾਂ ਆਪਸ਼ਨਸ ਦੇ ਵਿੱਚੋਂ ਕੀ ਹੈ ਕਿ ਉਹ ਕਰ ਲਓ, ਫਿਗਰ ਆਊਟ ਕਰ ਲਓ, ਪਹਿਚਾਣ ਲਵੋ ਕਿ ਇਹਦਾ ਸਹੀ ਆਨਸਰ ਕੀ ਹੈ। ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਉੱਤੇ ਮੋਹਰ, ਵਾਹ ਜੀ ਵਾਹ, ਦੱਸੋ ਕੀ ਹੈ ਇਹਦਾ ਜਵਾਬ? ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਉੱਤੇ ਮੋਹਰ, ਮਤਲਬ ਕਿ ਜਦੋਂ ਜਿਹੜੀ ਹੈਗੀ ਆ ਕੀਮਤੀ ਚੀਜ਼, ਅਸ਼ਰਫੀਆਂ ਕੀ ਹੁੰਦੀਆਂ ਵਾ? ਮੋਹਰਾਂ। ਠੀਕ ਹੈ, ਅਸ਼ਰਫੀਆਂ ਹੁੰਦੀਆਂ ਮੋਹਰਾਂ, ਉਹਨਾਂ ਦੀ ਲੁੱਟ ਮਚੀ ਹੋਵੇ, ਕੀਮਤੀ ਚੀਜ਼ ਦੀ ਪਰਵਾਹ ਨਹੀਂ ਕਰਦੇ, ਪਰ ਜਿਹੜੀ ਕਹਿ ਲਓ ਕਿ ਕੀਮਤੀ ਚੀਜ਼ ਨਹੀਂ ਹੈਗੀ, ਠੀਕ ਹੈ, ਉਹ ਕੋਲਿਆਂ ਵਰਗੀ ਚੀਜ਼ ਆ। ਠੀਕ ਹੈ, ਸੋ ਜਿਹਦੀ ਵੈਲਿਊ ਬਹੁਤ ਘੱਟ ਆ, ਉਹ ਕੋਲਿਆਂ ਉੱਤੇ ਮੋਹਰ, ਉਹਨਾਂ ਚੀਜ਼ਾਂ ਨੂੰ ਤੁਸੀਂ ਸੰਭਾਲ ਕੇ ਰੱਖਣ ਦੇ ਆ, ਅਸ਼ਰਫੀਆਂ ਨੂੰ ਉਦਾਂ ਲਟਾਈ ਜਾਂਦੇ ਆ। ਠੀਕ ਹੈ, ਸੋ ਉਦੋਂ ਵਰਤਿਆ ਜਾਂਦਾ ਹੈ ਇਹ ਅਖਾਣ, ਘਟੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਅਤੇ ਵਧੀਆ ਸ਼ੈਆਂ ਨੂੰ ਪ੍ਰਵਾਨ ਨਾ ਕਰਨਾ। ਓਕੇ, ਅਗਲਾ ਜੋ ਹੈ ਅਖਾਣ, ਅੱਖ ਅੱਡੀ ਹੀ ਰਹਿ ਗਈ ਕੱਜਲ ਨੂੰ ਇੱਲ ਲੈ ਗਈ। ਅੱਖ ਅੱਡੀ ਹੀ ਰਹਿ ਗਈ ਕੱਜਲ ਨੂੰ ਇੱਲ ਲੈ ਗਈ। ਠੀਕ ਹੈ, ਅਖਾਣ ਆ ਕਿ ਬੁਝਾਰਤਾਂ? ਸੋ ਦੱਸੋ ਜਰਾ ਇਹਦਾ ਕੀ ਹੋਏਗਾ ਜਵਾਬ? ਸੋ ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਹੋਰ ਵੀ ਅਖਾਣ ਦਾ ਹੀ ਇਹਦਾ ਜਵਾਬ ਦੇ ਸਕਦਾ ਵਾਂ ਮੈਂ। ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਬੱਖੀ ਬਹਿ ਗਈ। ਠੀਕ ਹੈ, ਸੋ ਕੀ ਹੈ ਕਿ ਤਿਆਰ ਆ ਕਿਸੇ ਚੀਜ਼ ਨੂੰ ਤੁਸੀਂ ਪ੍ਰਾਪਤ ਕਰਨ ਲਈ, ਉਹਦੀ ਪੂਰੀ ਆਸ ਲਾਈ ਹੋਈ ਆ, ਮਨ ਉੱਤੇ ਤੁਹਾਨੂੰ ਮਿਲਣ ਵਾਲੀ ਆ, ਪਰ ਐਂਡ ਮੌਕੇ ਤੇ ਕੀ ਹੈ ਕਿ ਤੁਹਾਡੇ ਹੱਥੋਂ ਨਿਕਲ ਜਾਂਦੀ ਆ। ਠੀਕ ਹੈ, ਕਿਸੇ ਸ਼ੈ ਦੇ ਮਿਲ ਜਾਣ ਦੀ ਪੱਕੀ ਆਸ ਧਾਰ ਕੇ ਉਹਨੂੰ ਲੈਣ ਵਾਸਤੇ ਲੈਣ ਵਰਤਣ ਲਈ ਤਿਆਰ ਹੋਣਾ, ਪਰ ਉਹ ਅਚਨਚੇਤ ਹੀ ਹੱਥੋਂ ਖੁੱਸ ਜਾਣੀ। ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਬੱਖੀ ਬਹਿ ਗਈ, ਅੱਖ ਅੱਡੀ ਹੀ ਰਹਿ ਗਈ ਜਾਂ ਕੱਜਲ ਨੂੰ ਇੱਲ ਲੈ ਗਈ। ਸੋ ਇਹ ਅਖਾਣ ਵਰਤਿਆ ਜਾਂਦਾ ਹੈ ਉਸ ਮੌਕੇ ਦੇ ਉੱਤੇ। ਸੋ ਅਗਲਾ ਅਖਾਣ ਹੈ ਤੁਹਾਡੇ ਸਾਹਮਣੇ, ਅੰਨੇ ਮਾਰਿਆ ਅੰਨੀ ਨੂੰ ਘਸੁੰਨ ਵੱਜਾ ਥੰਮੀ ਨੂੰ। ਅੰਨੇ ਮਾਰਿਆ ਅੰਨੀ ਨੂੰ ਘਸੁੰਨ ਵੱਜਾ ਥੰਮੀ ਨੂੰ। ਸੋ ਅਗੇਨ ਇੱਕ ਇੰਟਰਸਟਿੰਗ ਜੋ ਹੈ ਅਖਾਣ, ਸੋਚੋ ਜ਼ਰਾ ਇਹਦੇ ਬਾਰੇ ਕੀ ਹੋਏਗਾ ਇਹਦਾ ਜਵਾਬ। ਸੋ ਇਹਦਾ ਜਵਾਬ ਹੈ, ਅੰਨੇ ਮਾਰਿਆ ਅੰਨੀ ਨੂੰ ਵੱਜਾ ਘਸੁੰਨ ਥੰਮੀ ਨੂੰ। ਜੇਕਰ ਨਾ ਤਜਰਬੇਕਾਰ ਬੰਦਾ ਕੰਮ ਕਰੇ ਤਾਂ ਨੁਕਸਾਨ ਹੋਣਾ ਸੰਭਵ ਹੈ। ਠੀਕ ਹੈ, ਜਦੋਂ ਕੋਈ ਅਨਐਕਸਪੀਰੀਅੰਸ ਬੰਦਾ, ਜਿਹਨੂੰ ਕੋਈ ਤਜਰਬਾ ਨਹੀਂ ਹੈ, ਉਹ ਕੋਈ ਕੰਮ ਕਰੇ ਤਾਂ ਨੁਕਸਾਨ ਹੋਣਾ ਜਿਹੜਾ ਹੈਗਾ ਉਹ ਸੰਭਵ ਹੈ, ਪੋਸੀਬਲ ਹੈ। ਜ਼ਿਆਦਾਤਰ ਇਸ ਚੀਜ਼ ਦੀ ਪੋਸੀਬਿਲਿਟੀ ਹੈ ਕਿ ਨੁਕਸਾਨ ਹੀ ਕਰੇਗਾ। ਓਕੇ, ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ। ਵਾਹ ਜੀ ਵਾਹ, ਤਖਤ ਹਜ਼ਾਰਾ ਆ ਗਿਆ ਵਾ ਰਾਂਝੇ ਦਾ। ਸੋ ਤਖਤ ਹਜ਼ਾਰਾ ਹੀ ਉੜ ਗਿਆ, ਉੱਜੜ ਗਿਆ। ਠੀਕ ਹੈ, ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ, ਮਤਲਬ ਜਦੋਂ ਕਿਸੇ ਦੀ ਖਾਣ ਪੀਣ ਦੀ ਜਾਂ ਲੈਣ ਦੀ ਵਾਰੀ ਆਉਣੀ। ਓਕੇ, ਤੁਸੀਂ ਲਾਈਨ ਦੇ ਵਿੱਚ ਲੱਗੇ ਆ, ਤੁਹਾਡੀ ਵਾਰੀ ਆਈ ਤੇ ਖਤਮ। ਠੀਕ ਹੈ, ਵਸਤੂ ਖਤਮ, ਲੰਗਰ ਖਤਮ, ਕੁਛ ਵੀ ਹੈ ਜੋ ਖਤਮ ਆ। ਠੀਕ ਹੈ, ਸੋ ਉਹ ਵਸਤੂ ਖਤਮ ਹੋ ਜਾਵੇ ਤਾਂ ਕੀ ਕਹਿ ਦਿੰਦੇ ਆ? ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ। ਠੀਕ ਹੈ ਜੀ, ਸੋ ਅੱਗੇ ਇਸ ਤੋਂ ਅਗਲਾ ਅਖਾਣ, ਆਪ ਬੁੱਝੇ 32 ਸੁਲੱਖਣਾ ਦਿੱਤੀ ਲਵੇ ਤਾਂ 33 ਸੁਲੱਖਣਾ। ਠੀਕ ਹੈ, ਸੋ ਆਪ ਬੁੱਝੇ 32 ਸੁਲੱਖਣਾ ਦਿੱਤੀ ਲਵੇ ਤਾਂ 33 ਸੁਲੱਖਣਾ।
ਕਰੋ ਯਾਰਾ ਕਰੋ, ਇਸ ਸਵਾਲ ਨੂੰ ਕਰੋ ਹੱਲ, ਅਖਾਣ ਨੂੰ ਕਰੋ ਹੱਲ। ਸੋ ਇਹਦਾ ਜਵਾਬ ਅਸਲ ਦੇ ਵਿੱਚ ਕੀ ਆ ਕਿ ਦੇਖੋ, ਜਿਹਨੇ ਆਪਣੀ ਜਿਹੜੀ ਸਮਝ ਤੋਂ ਕੰਮ ਲਵੇ ਉਹ ਤੇ ਵਧੀਆ, ਠੀਕ ਆ, ਉਹਨੇ ਆਪਣੀ ਸੂਝ-ਬੂਝ ਨਾਲ ਕੰਮ ਲਿਆ, ਠੀਕ ਹੈ। ਪਰ ਜਿਹੜਾ ਕਿਸੇ ਹੋਰ ਦੀ ਦਿੱਤੀ ਸੂਝ-ਬੂਝ ਤੋਂ ਕੰਮ ਲੈ ਲਵੇ, ਠੀਕ ਹੈ, ਉਹ 33 ਸੁਲੱਖਣਾ ਉਹ ਤੋਂ ਵੀ ਵਧੀਆ ਹੈ। ਕਿਉਂਕਿ ਆਪਾਂ ਕਹਿੰਦੇ ਆ ਹਨਾ ਕਿ ਯਾਰ ਦੂਸਰਿਆਂ ਦੀਆਂ ਗਲਤੀਆਂ ਤੋਂ ਸਿੱਖਣਾ ਜਿਹੜਾ ਹੈਗਾ ਵਾ, ਆਪ ਗਲਤੀਆਂ ਕਰਕੇ ਸਿੱਖੋ, ਇਸ ਤੋਂ ਚੰਗਾ ਦੂਸਰਿਆਂ ਦੀਆਂ ਗਲਤੀਆਂ ਤੋਂ ਜਿਹਨੇ ਸਿੱਖ ਲਿਆ ਉਹ ਜ਼ਿਆਦਾ ਵਧੀਆ ਰਹਿ ਜਾਂਦਾ ਵਾ, ਠੀਕ ਹੈ। ਸੋ ਆਪ ਬੰਦੇ ਨੂੰ ਜਿਹੜੀ ਅਕਲ ਆਉਂਦੀ ਆ ਉਹ ਤਾਂ ਗਲਤੀਆਂ ਕਰ ਕਰਕੇ ਹੀ ਆਉਂਦੀ ਆ, ਹਨਾ। ਆਪ ਬੁੱਝੇ 32 ਸੁਲੱਖਣਾ, ਆਪਣੀ ਸੂਝ-ਬੂਝ ਨਾਲ ਜਿਹੜਾ ਕੰਮ ਕੀਤਾ ਉਹ ਚੰਗਾ 32 ਸੁਲੱਖਣਾ ਵਾ। ਪਰ ਜਿਹੜਾ ਦਿੱਤੀ ਲਵੇ, ਜਿਹਨੇ ਪਹਿਲਾਂ ਹੀ ਕਿਸੇ ਹੋਰ ਦੀ ਜਿਹੜੀ ਹੈਗੀ ਆ ਦੇਖ ਲਈ, ਓਕੇ, ਉਹਦੀ ਸਲਾਹ ਮੰਨ ਲਈ, ਦਿੱਤੀ ਲਵੇ ਤਾਂ 33 ਸੁਲੱਖਣਾ, ਓਕੇ, ਉਹ ਤੋਂ ਵੀ ਇੱਕ ਜਗ੍ਹਾ ਦਰਜਾ ਉੱਤੇ ਆ, ਠੀਕ ਹੈ ਜੀ। ਲੱਗੀ ਸਮਝ? ਜਿਹੜਾ ਆਪਣੀ ਮੱਤ ਸਿਆਣਪ ਦੇ ਆਸਰੇ ਕੰਮ ਠੀਕ ਕਰ ਲਵੇ ਉਹ ਬੜਾ ਚੰਗਾ ਹੁੰਦਾ ਹੈ, ਪਰ ਜਿਹੜਾ ਕਿਸੇ ਦੀ ਮੱਤ ਸਲਾਹ ਮੰਨ ਕੇ ਕੰਮ ਕਰ ਲਵੇ ਉਹ ਹੋਰ ਵੀ ਵਧੇਰਾ ਹੀ ਚੰਗਾ ਹੁੰਦਾ ਵਾ, ਠੀਕ ਹੈ। ਸੋ ਮੱਤ ਸਲਾਹ ਵੀ ਕਿਸੇ ਚੰਗੇ ਬੰਦੇ ਦੀ, ਇਹ ਨਹੀਂ ਹੈ ਕਿ ਹਰ ਜਾਂਦੇ ਰਾਹਗੀਰ ਦੀ, ਠੀਕ ਹੈ। ਸੋ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ, ਤੁਹਾਨੂੰ ਉੱਦਾਂ ਦੱਸਦਾ ਵਾਂ, ਜਦੋਂ ਅਸੀਂ ਕਿਸੇ ਤੋਂ ਸਲਾਹ ਲੈਣੀ ਹੈ, ਕਿਸੇ ਤੋਂ ਮਸ਼ਵਰਾ ਲੈਣਾ ਵਾ, ਅਸੀਂ ਦੇਖਣਾ ਹੁੰਦਾ ਕਿ ਇਸ ਫਰੂਟ ਦੇ ਉੱਤੇ ਜਾਂ ਉਸ ਬੰਦੇ ਦੀ ਕੀ ਅਚੀਵਮੈਂਟ ਆ, ਠੀਕ ਆ। ਇਹ ਕਿਸੇ ਦਰਖਤ ਦੇ ਉੱਤੇ ਕੋਈ ਫਰੂਟ ਹੈ ਉਹਦੇ, ਠੀਕ ਹੈ। ਸੋ ਉਹ ਦੇਖੋ ਹਮੇਸ਼ਾ ਜਦੋਂ ਆਪਾਂ ਸਲਾਹ ਲੈਣੀ ਆ, ਕਿਉਂਕਿ ਇੰਡੀਆ ਦੇ ਵਿੱਚ ਆਪਣੇ ਕੀ ਹੈ ਕਿ ਹਰ ਕੋਈ ਇੱਥੇ ਓਪੀਨੀਅਨ ਮਾਸਟਰ ਹੈ, ਉਹਨੇ ਤੁਹਾਨੂੰ ਕੋਈ ਨਾ ਕੋਈ ਜਿਹੜੀ ਹੈਗੀ ਸਲਾਹ ਦੇ ਦੇਣੀ ਹੈ। ਉਹਨੇ ਜੋ ਹੈ ਸਹਿਵਾਗ ਨੂੰ ਵੀ ਸਲਾਹ ਦੇ ਦੇਣੀ ਆ, ਸਚਿਨ ਨੂੰ ਵੀ ਸਲਾਹ ਦੇ ਦੇਣੀ ਆ ਵੀ ਤੂੰ ਭਰਾ ਆਊਟ ਕਿਉਂ ਹੋਇਆ, ਤੈਨੂੰ ਇੱਦਾਂ ਕਰਨਾ ਚਾਹੀਦਾ ਸੀ, ਇੱਦਾਂ ਨਹੀਂ ਕਰਨਾ ਚਾਹੀਦਾ ਸੀ, ਆਪ ਭਾਵੇਂ ਉਹ ਗਲੀ ਦੀ ਟੀਮ 'ਚ ਨਾ ਹੋਵੇ, ਓਕੇ। ਸੋ ਇਸ ਗੱਲ ਦਾ ਵੀ ਰੱਖਣਾ ਹੈ ਧਿਆਨ। ਹਾਂਜੀ, ਅਗਲਾ ਜੋ ਹੈ ਤੁਹਾਡੇ ਸਾਹਮਣੇ ਆ ਰਿਹਾ ਹੈ, ਆਪ ਮਰੋ ਧਰਮ ਕਰੋ। ਅਖਾਣ, ਆਪ ਮਰੋ ਧਰਮ ਕਰੋ। ਕੀ ਹੈ ਇਸਦਾ ਜਵਾਬ? ਛੋਟਾ ਜਿਹਾ ਅਖਾਣ ਹੈ ਪਰ ਸਮਝ 'ਚ ਨਹੀਂ ਆਉਂਦਾ, ਓਕੇ। ਸੋ ਕੀ ਹੈ, ਜਦੋਂ ਆਪਣੇ ਕੋਲ ਕੁਝ ਨਹੀਂ ਤਾਂ ਦੂਜੇ ਨੂੰ ਕੀ ਦੇ ਸਕਦੇ ਹਾਂ, ਠੀਕ ਹੈ। ਸੋ ਆਪ ਮਰੋ ਧਰਮ ਕਰੋ, ਆਪ ਮਰਦਾ ਹੋਵੇ, ਠੀਕ ਹੈ, ਤੇ ਉਹ ਕੀ ਧਰਮ ਦਾ ਕਰੇ, ਕੀ ਦਾਨ ਪੁੰਨ ਕਰੇ, ਉਹ ਤਾਂ ਆਪ ਨੂੰ ਖਾਣੇ ਨੂੰ ਦਾਣੇ ਨਹੀਂ ਹੈਗੇ, ਠੀਕ ਹੈ। ਸੋ ਉਸ ਚੀਜ਼ ਨੂੰ ਦੱਸਿਆ ਜਾਂਦਾ ਵਾ, ਜਦੋਂ ਆਪਣੇ ਕੋਲ ਕੁਝ ਨਹੀਂ ਤੇ ਦੂਜਿਆਂ ਨੂੰ ਕੀ ਦੇ ਸਕਦੇ ਆ, ਠੀਕ ਹੈ। ਸੋ ਸਾਡਾ ਵੀ ਜਿਹੜਾ ਹੈਗਾ ਕਈਆਂ ਦਾ ਹਾਲ ਇਸ ਤਰ੍ਹਾਂ ਹੀ ਹੁੰਦਾ ਵਾ, ਓਕੇ। ਸੋ ਦੂਸਰਿਆਂ ਨੂੰ ਅਸੀਂ ਕੀ ਦੇਵਾਂਗੇ, ਠੀਕ ਹੈ, ਜਦ ਸਾਡਾ ਆਪਣਾ ਹੀ ਕੁਝ ਹਾਲ ਨਹੀਂ ਹੈ। ਆਪਣੀ ਪਈ ਤੇ ਪਰਾਈ ਬਿਸਰੀ। ਅਗਲਾ ਅਖਾਣ, ਆਪਣੀ ਪਈ ਤੇ ਪਰਾਈ ਬਿਸਰੀ। ਕੀ ਹੈ ਇਹਦਾ ਜਵਾਬ? ਹਾਂਜੀ, ਇਹਦਾ ਜਵਾਬ ਇਹ ਹੈ, ਜਦੋਂ ਕਿਸੇ ਦੇ ਗਲ ਕੋਈ ਮੁਸੀਬਤ ਆਣ ਪੈਂਦੀ ਹੈ ਤਾਂ ਉਹ ਦੂਜੇ ਸਾਕ ਸੰਬੰਧੀਆਂ ਦੀ ਬੁਰਾਈ ਕਰਨ ਤੋਂ ਬਾਜ਼ ਆ ਜਾਂਦਾ, ਠੀਕ ਹੈ। ਸੋ ਉੱਦਾਂ ਨਹੀਂ ਤਾਂ ਬੁਰਾਈ ਕਰਦੇ ਰਹਿੰਦੇ ਆ, ਪਰ ਜਦੋਂ ਹੁਣ ਆਪ ਦੇ ਉੱਤੇ ਕੀ ਹੈ ਕੋਈ ਮੁਸੀਬਤ ਆ ਗਈ, ਪਤਾ ਲੱਗ ਗਿਆ ਵੀ ਹੁਣ ਸਾਕ ਸੰਬੰਧੀਆਂ ਜਿਹੜੇ ਹੈਗੇ ਉਹੀ ਕੰਮ ਆਉਣਗੇ, ਉਹੀ ਬਚਾ ਸਕਦੇ ਆ, ਫਿਰ ਬੁਰਾਈ ਕਰਨੀ ਬੰਦ ਕਰ ਦਿੰਦਾ ਵਾ। ਆਪਣੀ ਪਈ ਤੇ ਪਰਾਈ ਬਿਸਰੀ, ਠੀਕ ਹੈ ਜੀ। ਹਾਂਜੀ, ਅਗਲਾ ਅਖਾਣ ਤੁਹਾਡੇ ਸਾਹਮਣੇ, ਆਪਣੇ ਘਰ ਪਕਾਈ ਨਾ ਤੇ ਸਾਡੇ ਘਰ ਆਈ ਨਾ, ਠੀਕ ਹੈ ਜੀ। ਦੁਬਾਰਾ ਸੁਣੋ, ਆਪਣੇ ਘਰ ਪਕਾਈ ਨਾ ਤੇ ਸਾਡੇ ਘਰ ਆਈ ਨਾ। ਸੋ ਕੀ ਹੈ ਅਸਲ ਦੇ ਵਿੱਚ ਜਵਾਬ ਇਹਦਾ ਕੀ ਹੈ? ਮਤਲਬ ਇਸ ਅਖਾਣ ਦਾ ਇਹ ਹੈ ਕਿ ਕਿਸੇ ਨੂੰ ਲਾਰੇ ਲਾਈ ਰੱਖਣਾ, ਠੀਕ ਹੈ। ਸੋ ਲਾਰੇ ਲਾਈ ਰੱਖਣਾ, ਅੱਛਾ ਆਪਾਂ ਕਰਾਂਗੇ, ਆਪਾਂ ਇੱਦਾਂ ਕਰਾਂਗੇ, ਆਪਾਂ ਕਰ ਦਿਆਂਗੇ, ਤੇਰਾ ਕੰਮ ਜ਼ਰੂਰ ਤੇਰਾ ਹੋ ਜਾਊਗਾ, ਓਕੇ। ਨਾ ਨਾ, ਉਹ ਕਹਿੰਦਾ ਮੈਂ ਕਰਾਂ, ਉਹ ਕਹਿੰਦਾ ਨਹੀਂ ਨਹੀਂ ਤੇਰਾ ਕੰਮ ਕਰ ਦਿਆਂਗੇ, ਤੂੰ ਫਿਕਰ ਨਾ ਕਰ, ਪਰਵਾਹ ਨਾ ਕਰ, ਠੀਕ ਹੈ। ਸੋ ਉਹਨੂੰ ਲਾਰੇ ਦੇ ਵਿੱਚ ਲਾਈ ਰੱਖਣਾ, ਉਹਨੂੰ ਉਹਦਾ ਕੰਮ ਕਰਨ ਨਹੀਂ ਦੇਣਾ ਤੇ ਆਪ ਉਹਦਾ ਕਰਨਾ ਨਹੀਂ ਆ। ਸੋ ਆਪਣੇ ਘਰ ਪਕਾਈ ਨਾ ਤੇ ਸਾਡੇ ਘਰੇ ਆਈ ਨਾ। ਸੋ ਇਹ ਹੈ ਇਸ ਅਖਾਣ ਦਾ ਮਤਲਬ। ਅਗਲੇ ਨੂੰ ਅਜਿਹੇ ਲਾਰੇ ਲਾਈ ਰੱਖਣਾ ਕਿ ਨਾ ਉਹਦਾ ਕੰਮ ਆਪ ਕਰਨਾ ਤੇ ਨਾ ਹੀ ਉਹਨੂੰ ਆਪ ਕਰ ਲੈਣ ਦੇਣਾ, ਠੀਕ ਹੈ ਜੀ। ਹਾਂਜੀ, ਆਪ ਕਰ ਮੋਇਓ ਬੱਚਾ, ਫਾਰਸੀਆਂ ਘਰ ਗਾਲੇ। ਸੋ ਇਹੀ ਸਾਡਾ ਹਾਲ ਹੋ ਚੁੱਕਾ ਹੈ ਅੱਜ। ਸੋ ਇਹ ਮੁਹਾਵਰੇ ਦਾ ਹੈ, ਕਿਸੇ ਨੂੰ ਮਤਲਬ ਪਤਾ, ਸੋਚੋ ਜ਼ਰਾ, ਸੋਚੋ ਜ਼ਰਾ ਕੀ ਹੈ ਇਸ ਅਖਾਣ ਦਾ ਮਤਲਬ। ਸੋ ਇਹਦਾ ਮਤਲਬ ਹੈ, ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਓਪਰੀ ਬੋਲੀ ਬੋਲਣ ਲੱਗ ਪੈਂਦੇ ਹਨ, ਠੀਕ ਹੈ। ਆਪਣੀ ਭਾਸ਼ਾ ਛੱਡ ਦਿੱਤੀ, ਆਪਣੀ ਬੋਲੀ ਛੱਡ ਦਿੱਤੀ, ਹੋਰ ਬੋਲੀ ਬੋਲਣ ਲੱਗ ਪਏ ਆ। ਸੋ ਉਸ ਚੀਜ਼ ਲਈ ਵਰਤਿਆ ਜਾਂਦਾ ਹੈ ਅਖਾਣ, ਆਪ ਕਰ ਮੋਇਓ ਬੱਚਾ, ਫਾਰਸੀਆਂ ਘਰ ਗਾਲੇ। ਇਸ ਤੋਂ ਅੱਗੇ
ਬਿਲਕੁਲ ਅਗੇਨ ਜਿਹੜਾ ਹੈਗਾ ਵਾ ਇੱਕ ਬੜਾ ਮੋਟੀਵੇਸ਼ਨ ਦੇਣ ਵਾਲਾ, ਇੱਕ ਪੋਜ਼ਿਟਿਵ ਮਾਈਂਡਸੈਟ ਦੇਣ ਵਾਲਾ ਅਖਾਣ ਸਾਡੇ ਸਾਹਮਣੇ ਆਇਆ ਹੈ। ਸੋ ਇਹ ਅਖਾਣ ਬੇਸਿਕਲੀ ਕੀ ਹੁੰਦੇ ਆ, ਸਾਡੇ ਵੱਡੇ ਬਜ਼ੁਰਗਾਂ ਦੇ ਜਿਹੜੇ ਹੈਗੇ ਆ ਜ਼ਿੰਦਗੀ ਦੇ ਐਕਸਪੀਰੀਅੰਸ ਆ ਜਿਹੜੇ ਇਹਨਾਂ ਅਖਾਣਾਂ ਦੇ ਅੰਦਰ ਬਣਦੇ ਆ। ਸੋ ਮੈਂ ਜਦੋਂ ਇਹ ਅਖਾਣ ਬਣਾ ਰਿਹਾ ਸੀ ਤਾਂ ਮੈਂ ਇਹੋ ਜਿਹੇ ਜਦੋਂ ਪੜ੍ਹੇ ਸਾਰੇ ਅਖਾਣ ਹਨਾ, ਸੋ ਮਤਲਬ ਇੱਕਦਮ ਰੂਹ ਖੁਸ਼ ਹੋ ਗਈ ਵੀ ਯਾਰ ਬਹੁਤ ਵਧੀਆ ਚੀਜ਼ਾਂ ਹਨਾ, ਇਹਦੇ ਵਿੱਚ ਤਾਂ ਪੂਰੀ ਜ਼ਿੰਦਗੀ ਦੀ ਸਿਆਣਪ ਲੁਕੀ ਹੋਈ ਆ। ਠੀਕ ਹੈ, ਸੋ ਇੱਕ ਦਰ ਬੰਦ 100 ਦਰ ਖੁੱਲੇ, ਇੱਕ ਦਰ ਬੰਦ 100 ਦਰ ਖੁੱਲੇ। ਕੀ ਹੈ ਇਸ ਅਖਾਣ ਦਾ ਮਤਲਬ? ਸੋ ਮਤਲਬ ਹੈ ਰੁਜ਼ਗਾਰ ਦੇ ਹਜ਼ਾਰਾਂ ਸਾਧਨ ਹਨ, ਘਬਰਾਉਣਾ ਨਹੀਂ ਚਾਹੀਦਾ। ਠੀਕ ਹੈ, ਸੋ ਤੁਸੀਂ ਵੀ ਘਬਰਾਉਣਾ ਨਹੀਂ ਹੈ, ਰੁਜ਼ਗਾਰ ਦੇ ਹਜ਼ਾਰਾਂ ਹੀ ਸਾਧਨ ਹਨ। ਓਕੇ, ਸੋ ਅਗਲਾ ਜਿਹੜਾ ਹੈ ਇਸ ਤੋਂ ਅਗਲਾ ਅਖਾਣ ਹੈ ਇੱਕ ਪਰਹੇਜ਼ ਤੇ 100 ਹਕੀਮ। ਦੁਬਾਰਾ ਸੁਣੋ, ਇੱਕ ਪਰਹੇਜ਼ ਤੇ 100 ਹਕੀਮ। ਕੀ ਹੈ ਇਹਦਾ ਜੋ ਮਤਲਬ? ਇੱਕ ਪਰਹੇਜ਼ ਤੇ 100 ਹਕੀਮ। ਠੀਕ ਹੈ, ਸੋ ਕੱਲਾ ਅਸੀਂ ਮਤਲਬ ਨਾਲ ਹੀ ਮਤਲਬ ਨਹੀਂ ਰੱਖਣਾ, ਤੁਹਾਨੂੰ ਇਹ ਅਖਾਣ ਵੀ ਹੋਣੇ ਚਾਹੀਦੇ ਆ ਯਾਦ। ਠੀਕ ਹੈ, ਇੱਕ ਪਰਹੇਜ਼ ਤੇ 100 ਹਕੀਮ। ਜਿਹੜਾ ਬੰਦਾ ਖਾਣ ਪੀਣ ਵਿੱਚ ਪਰਹੇਜ਼ ਕਰਦਾ ਹੈ ਉਸ ਨੂੰ ਹਕੀਮਾਂ ਦੀ ਲੋੜ ਨਹੀਂ ਪੈਂਦੀ। ਠੀਕ ਹੈ, ਸੋ ਜੇ ਤੁਸੀਂ ਪਰਹੇਜ਼ ਕਰ ਲਓ ਤਾਂ ਤੁਸੀਂ 100 ਹਕੀਮਾਂ ਨੂੰ ਆਪਣੇ ਆਪ ਤੋਂ ਦੂਰ ਰੱਖ ਸਕਦੇ ਆ। ਠੀਕ ਹੈ, ਸੋ ਇਹ ਸੀਗਾ ਇਸ ਦਾ ਮਤਲਬ। ਬਿਲਕੁਲ ਸਹੀ ਗੱਲ ਆ। ਓਕੇ, ਅੱਜ ਸਾਡੇ ਜ਼ਿੰਦਗੀ ਦੇ ਜ਼ਿਆਦਾ ਜਿਹੜੇ ਹੈਗੇ ਆ ਪ੍ਰੋਬਲਮ ਕਰੋਨਿਕ ਲਾਈਫ ਡਿਸੀਜ਼ਸ ਕਿਉਂ ਆ? ਕਿਉਂਕਿ ਅਸੀਂ ਪਰਹੇਜ਼ ਨਹੀਂ ਕਰ ਰਹੇ। ਓਕੇ, ਇੱਲ ਝੁਰਾਟੀ ਧਾੜੀ ਜਠੇਰਿਆਂ ਤੇ ਚਾੜੀ। ਇੱਲ ਝੁਰਾਟੀ ਧਾੜੀ ਜਠੇਰਿਆਂ ਤੇ ਚਾੜੀ। ਠੀਕ ਹੈ, ਕੀ ਮਤਲਬ ਹੈ ਇਸ ਅਖਾਣ ਦਾ? ਦਿਓ ਜਵਾਬ। ਸੋ ਦਾ ਮਤਲਬ ਹੈ ਜਦੋਂ ਕੋਈ ਚੀਜ਼ ਹੱਥੋਂ ਜਾ ਰਹੀ ਹੋਵੇ ਜਾਂ ਖਰਾਬ ਹੋ ਰਹੀ ਹੋਵੇ ਤਾਂ ਉਹੀ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਜਤਾਉਣਾ। ਓਕੇ, ਆਪਣੇ ਹੱਥੋਂ ਜਾ ਰਹੀ ਸੀ, ਪਤਾ ਸੀ ਵੀ ਹੁਣ ਨੁਕਸਾਨ ਤਾਂ ਹੋ ਹੀ ਜਾਣਾ, ਇਹਨੂੰ ਕਿਸੇ ਨੂੰ ਦੇ ਹੀ ਦਿਓ। ਠੀਕ ਹੈ, ਓਕੇ, ਕੀ ਆ ਜਾਂ ਸਿੰਪਲ ਐਗਜ਼ਾਮਪਲ ਹੈ ਕਿ ਆਪਣੇ ਘਰ ਤੁਸੀਂ ਫਰੂਟ ਲਿਆਂਦਾ, ਫਰੂਟ ਖਾਧਾ ਨਹੀਂ ਆ, ਉਹ ਸੜਨ ਕੱਢੇ ਆ ਗਿਆ, ਹੁਣ ਪਤਾ ਵੀ ਇਹ ਤਾਂ ਖਰਾਬ ਹੋ ਹੀ ਜਾਣਾ ਤੇ ਵੰਡ ਦਿਓ ਆਲੇ ਦੁਆਲੇ। ਠੀਕ ਹੈ, ਸੋ ਇੱਲ ਝੁਰਾਟੀ ਧਾੜੀ ਜਠੇਰਿਆਂ ਤੇ ਚਾੜੀ, ਉਸ ਚੀਜ਼ ਨੂੰ ਜਿਹੜਾ ਹੈਗਾ ਇਹ ਸਮਝਾਉਣ ਲਈ ਵਰਤਿਆ ਜਾਂਦਾ ਹੈ ਅਖਾਣ। ਹਾਂਜੀ, ਅਗਲਾ ਅਖਾਣ ਤੁਹਾਡੇ ਸਾਹਮਣੇ। ਸਹੁੰ ਦਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ। ਸਹੁੰ ਦਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ। ਵਾਹ ਜੀ ਵਾਹ, ਕਮਾਲ ਦਾ ਜਿਹੜਾ ਹੈਗਾ ਇਹ ਅਖਾਣ ਆ। ਸੋ ਦਿਓ ਇਹਦਾ ਜਵਾਬ, ਸੋਚੋ ਜ਼ਰਾ। ਔਰ ਇਹਦਾ ਜਵਾਬ ਹੈ ਆਦਮੀ ਆਪਣੇ ਆਪ ਬਾਰੇ ਹੀ ਕਿਸੇ ਗੱਲ ਦਾ ਭਰੋਸਾ ਜਾਂ ਜ਼ਿੰਮੇਵਾਰੀ ਉਠਾ ਸਕਦਾ ਹੈ। ਠੀਕ ਹੈ, ਪ੍ਰਭਾਤ ਫੇਰੀ ਦਾ ਸੱਦਾ ਆਇਆ ਬਈ ਮੈਂ ਤਾਂ ਆ ਜਾਊਂ, ਬਾਕੀ ਟੱਬਰ ਦਾ ਮੈਨੂੰ ਪਤਾ ਨਹੀਂ ਹੈ। ਠੀਕ ਹੈ, ਸੋ ਇਸੇ ਤਰੀਕੇ ਨਾਲ ਆਪਣੀ ਗਰੰਟੀ ਤੇ ਮੈਂ ਚੁੱਕ ਸਕਦਾ ਵਾਂ, ਬਾਕੀ ਨਾ ਪੁੱਤ ਦੀ ਚੱਕ ਸਕਦਾ ਨਾ ਧੀ ਦੀ ਚੱਕ ਸਕਦਾ ਵਾਂ। ਠੀਕ ਹੈ, ਸੋ ਉਸ ਸਿਚੁਏਸ਼ਨ ਦੇ ਵਿੱਚ ਇਹ ਲਿਆ ਜਾਂਦਾ ਹੈ, ਇਹ ਕੰਮ ਦੇ ਵਿੱਚ ਇਹ ਅਖਾਣ। ਠੀਕ ਹੈ ਜੀ, ਔਰ ਅਗਲਾ ਜੋ ਅਖਾਣ ਹੈ ਸ਼ਹਿਰ ਦਾ ਝੋਰਾ ਕਾਜ਼ੀ ਨੂੰ। ਸਾਰੇ ਸ਼ਹਿਰ ਦਾ ਝੋਰਾ ਕਾਜ਼ੀ ਨੂੰ, ਪਰ ਕਦੋਂ ਵਰਤਿਆ ਜਾਂਦਾ ਹੈ ਇਹ ਅਖਾਣ? ਇਹ ਸਾਡੇ ਕਾਫੀਆਂ ਉੱਤੇ ਢੁੱਕਦਾ ਵਾ, ਖਾਸ ਕਰਕੇ ਮਿਡਲ ਕਲਾਸ ਪਰਿਵਾਰਾਂ ਤੇ ਤਾਂ ਜ਼ਿਆਦਾਤਰ ਹੀ ਢੁੱਕਦਾ ਵਾ ਇਹ। ਸੋ ਕਿਆ ਹੈ, ਜਿਹੜਾ ਆਪਣੇ ਜੋਗਾ ਵੀ ਨਾ ਹੋਵੇ ਪਰ ਚਿੰਤਾ ਬਹੁਤਿਆਂ ਦੇ ਸੁੱਖ ਦੀ ਕਰੇ। ਠੀਕ ਹੈ, ਸੋ ਆਪਣੇ ਜੋਗਾ ਹੈ ਨਹੀਂ ਆ ਔਰ ਜਿਹੜਾ ਸਾਰੇ ਸ਼ਹਿਰ ਦੀ ਚਿੰਤਾ ਲੈ ਕੇ ਉਹ ਚੱਕੀ ਫਿਰਦਾ ਵਾ। ਸੋ ਇਸੇ ਤਰ੍ਹਾਂ ਸਾਡੇ ਬਹੁਤਿਆਂ ਦੇ ਹਾਲ ਹੁੰਦੇ ਆ, ਸਾਨੂੰ ਸਾਰੀਆਂ ਚੀਜ਼ਾਂ ਜਾਣਨੀਆਂ ਹੁੰਦੀਆਂ ਵਾ ਕਿ ਅਮਰੀਕਾ 'ਚ ਕੌਣ ਜਿੱਤਿਆ ਕੌਣ ਹਾਰਿਆ, ਇੱਕ ਇੱਕ ਨਿਊਜ਼ ਅਸੀਂ ਜਾਣਨੀ ਹੁੰਦੀ ਆ। ਰੀਆ ਚੱਕਰਵਰਤੀ ਦਾ ਕੀ ਬਣਿਆ ਵਾ, ਠੀਕ ਹੈ, ਕੰਗਣਾ ਰਣੌਤ ਕੀ ਕਹਿ ਰਹੀ ਹੈ। ਸੋ ਸਾਰੇ ਸ਼ਹਿਰ ਦਾ ਜਿਹੜਾ ਠੇਕਾ ਚੱਕਿਆ ਪਰ ਸਾਡੇ ਆਪਣੇ ਹਾਲ ਫਟੇ ਹਾਲ ਨੇ। ਠੀਕ ਹੈ, ਆਪਣਾ ਜਿਹੜਾ ਹੈਗਾ ਵਾ ਉਹ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰ ਰਹੀ ਆ। ਸੋ ਸਾਰੇ ਸ਼ਹਿਰ ਦਾ ਝੋਰਾ ਕਾਜ਼ੀ ਨੂੰ। ਠੀਕ ਹੈ ਜੀ, ਇਸ ਲਈ ਵਰਤਿਆ ਜਾਂਦਾ ਵਾ ਇਹ। ਅਗਲਾ ਜਿਹੜਾ ਹੈ ਅਖਾਣ ਅਗੇਨ ਸਾਡੇ ਕੋਲ ਸ਼ਾਨਦਾਰ ਹੈ ਸਵਾਲ ਗੰਦਮ ਜਵਾਬ ਚਣਾ, ਜਾਂ ਇਹਨੂੰ ਇਸ ਤਰੀਕੇ ਨਾਲ ਵੀ ਕਹਿੰਦੇ ਨੇ ਸਵਾਲ ਕਣਕ ਜਵਾਬ ਛੋਲੇ। ਸੋ ਬੜਾ ਹੀ ਆਸਾਨ ਜਿਹੜਾ ਹੈ ਅਖਾਣ ਹੈ। ਸੋ ਅਖਾਣ ਦਾ ਕੀ ਮਤਲਬ ਹੈ? ਪੁੱਛੀ ਗਈ ਗੱਲ ਦਾ ਜਵਾਬ ਹੋਰ ਦਾ ਹੋਰ ਦੇ ਦੇਣਾ। ਠੀਕ ਹੈ, ਪੁੱਛਿਆ ਕੁਛ ਹੋ ਰਿਹਾ, ਸਵਾਲ ਕਣਕ ਆ ਜਵਾਬ ਛੋਲੇ ਦੇ ਉੱਤੇ। ਠੀਕ ਹੈ ਜੀ, ਸੋ ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਸਵਾਲ ਗੰਦਮ ਜਵਾਬ ਚਣਾ।
अगला देखो, अगला अखान सज्जन छड्डिए रंग स्यों बहुड़ भी आवण काम। कमाल है जी, बहुत सोहना अखान है। दसो इहदा की जवाब होएगा। सज्जन छड्डिए रंग स्यों बहुड़ भी आवण काम। ਸੋ ਇਸ ਤਰੀਕੇ ਨਾਲ ਕੀ ਕਰਦੇ ਆ ਵੀ ਜਦੋਂ ਭਾਈ ਬ੍ਰੇਕਅਪ ਹੋਣਾ ਵਾ ਉਦੋਂ ਫਰੈਂਡਲੀ ਮੈਟਰਸ ਦੇ ਉੱਤੇ ਬ੍ਰੇਕਅਪ ਕਰੋ, ਠੀਕ ਹੈ, ਦੁਬਾਰਾ ਵੀ ਕੰਮ ਆ ਜਾਂਦੇ ਆ, ਠੀਕ ਹੈ। ਸੋ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਾਹਰਲੀਆਂ ਕੰਟਰੀਆਂ 'ਚ ਇੱਦਾਂ ਹੀ ਹੁੰਦੇ ਆ, ਬ੍ਰੇਕਅਪ ਵੀ ਆਰ ਫਰੈਂਡਸ, ਓਕੇ ਰਾਈਟ, ਹੈ ਨਾ। ਬਟ ਸਾਡੇ ਇੱਥੇ ਕੀ ਹੁੰਦਾ ਵਾ, ਸਾਡੇ ਇੱਥੇ ਬਹੁਤ ਕੁਛ ਹੋ ਜਾਂਦਾ ਵਾ, ਓਕੇ। ਸੋ ਸੱਜਣ ਛੱਡੀਏ ਰੰਗ ਸਿਓ ਬਹੁੜ ਵੀ ਆਵਣ ਕੰਮ। ਜੇ ਕਿਸੇ ਤੋਂ ਕੋਈ ਤੁਹਾਡੀ ਦੂਰੀ ਪੈ ਵੀ ਰਹੀ ਆ, ਠੀਕ ਹੈ, ਸੋ ਉਹਨੂੰ ਫਰੈਂਡਲੀ ਟਰਮਸ ਦੇ ਉੱਤੇ ਉਹ ਤੋਂ ਦੂਰ ਹੋਈਏ। ਜੇ ਸੱਜਣਾ ਮਿੱਤਰਾਂ ਤੋਂ ਵਿਛੜਨਾ ਤੇ ਅੱਡ ਹੋਣਾ ਹੀ ਪਵੇ ਤਾਂ ਰੁੱਸ ਕੇ ਲੜ ਕੇ ਨਹੀਂ, ਸਗੋਂ ਸੁਲ੍ਹਾ ਸਫਾਈ ਨਾਲ ਜਾਣਾ ਚਾਹੀਦਾ ਹੈ ਤਾਂ ਜੋ ਫਿਰ ਵੀ ਕਿਤੇ ਕੰਮ ਆ ਸਕਣ। ਓਕੇ, ਜ਼ਿੰਦਗੀ ਦੇ ਦੁਬਾਰਾ ਕਿਸੇ ਮੋੜ ਤੇ ਤੁਹਾਡੇ ਸਾਹਮਣੇ ਆ ਜਾਣ, ਸੋ ਤਾਂ ਦੁਬਾਰਾ ਤੁਹਾਡੇ ਉਹ ਕੰਮ ਆ ਸਕਣ। ਓਕੇ, ਸੋ ਅਗਲਾ ਜਿਹੜਾ ਹੈ ਅਖਾਣ ਸੱਤ ਡਿੱਗਾ ਜਹਾਨ ਡਿੱਗਾ। ਸੱਤ ਡਿੱਗਾ ਜਹਾਨ ਡਿੱਗਾ, ਕੀ ਹੈ ਇਸਦਾ ਜਵਾਬ, ਦਿਓ ਜ਼ਰਾ। ਸੋ ਇਹਦਾ ਜਵਾਬ ਇਹ ਹੈ ਕਿ ਜਦ ਕਿਸੇ ਦਾ ਆਚਰਣ ਜਾਂ ਧਰਮ ਜਾਂਦਾ ਰਹੇ ਤਾਂ ਸਮਝੋ ਕਿ ਉਹਦਾ ਸਭ ਕੁਝ ਜਾਂਦਾ ਰਿਹਾ। ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ। ਉਹੀ ਗੱਲ ਹੈ ਇਹ, ਸੱਤ ਡਿੱਗਾ ਜਹਾਨ ਡਿੱਗਾ। ਆਚਰਣ ਤੋਂ ਡਿੱਗੇ, ਠੀਕ ਹੈ, ਤਾਂ ਮਤਲਬ ਸਭ ਕੁਝ ਹੀ ਚਲਾ ਗਿਆ। ਓਕੇ, ਹਾਂਜੀ। ਅਗਲਾ ਜੋ ਹੈ ਅਗੇਨ ਅਖਾਣ ਬਹੁਤ ਹੀ ਸੋਹਣਾ। ਦੱਸੋ ਇਹਦਾ ਜਵਾਬ। ਹਮ ਸਾਏ ਮਾਂ ਪਿਓ ਜਾਏ, ਹਮ ਸਾਏ ਮਾਂ ਪਿਓ ਜਾਏ, ਕੀ ਹੈ ਇਹਦਾ ਅਰਥ, ਕੀ ਹੈ ਇਹਦਾ ਮਤਲਬ। ਸੋ ਮਤਲਬ ਇਹਦਾ ਹੈ ਗੁਆਂਢੀ ਵੀ ਭਰਾਵਾਂ ਵਰਗੇ ਹੁੰਦੇ ਹਨ। ਸੋ ਜਦੋਂ ਇਸ ਤਰੀਕੇ ਨਾਲ ਦੱਸਣਾ ਹੋਵੇ, ਕਿਸੇ ਗੁਆਂਢੀ ਦੀ ਵਡਿਆਈ ਕਰਨੀ ਹੋਵੇ ਗੁਆਂਢੀ ਦੀ, ਸੋ ਕੀ ਕਹਿ ਦਿੰਦੇ ਆ, ਹਮਸਾਏ। ਜਿਹੜੇ ਨਾਲ ਨਾਲ ਰਹੇ ਆ, ਜਿਨ੍ਹਾਂ ਦੇ ਨਾਲ ਅਸੀਂ ਖੇਡੇ ਆ, ਪਲੇ ਆ, ਵਧੇ ਹੋਏ ਆ, ਮਾਂ ਪਿਓ ਜਾਏ, ਉਹ ਮਾਂ ਪਿਓ ਦੇ ਜਾਇਆਂ ਵਰਗੇ ਹੀ ਨੇ, ਠੀਕ ਹੈ ਜੀ, ਭਰਾਵਾਂ ਵਰਗੇ ਹੀ ਨੇ। ਓਕੇ, ਸੋ ਅਗਲਾ ਜੋ ਹੈ ਅਖਾਣ ਤੁਹਾਡੇ ਅੱਗੇ ਹੋਰ, ਠੀਕ ਹੈ। ਹੋਰੀ ਨੂੰ ਹੋਰੀ ਦੀ, ਅੰਨੇ ਨੂੰ ਡੰਗੋਰੀ ਦੀ। ਹੋਰੀ ਨੂੰ ਹੋਰੀ ਦੀ, ਅੰਨੇ ਨੂੰ ਡੰਗੋਰੀ ਦੀ। ਕੀ ਹੈ ਇਹਦਾ ਮਤਲਬ ਇਸ ਅਖਾਣ ਦਾ। ਇਸ ਅਖਾਣ ਦਾ ਮਤਲਬ ਹੈ ਜਿਸ ਸ਼ੈ ਦੀ ਕਿਸੇ ਨੂੰ ਲੋੜ ਹੁੰਦੀ ਹੈ ਉਸਨੂੰ ਉਸ ਦਾ ਹੀ ਖਿਆਲ ਫਿਕਰ ਹੁੰਦਾ ਹੈ। ਅੰਨੇ ਨੂੰ ਆਪਣੀ ਛੜੀ ਦਾ ਹੀ ਫਿਕਰ ਹੁੰਦਾ ਵਾ, ਆਪਣੀ ਡੰਗੋਰੀ ਦਾ ਹੀ ਫਿਕਰ ਹੁੰਦਾ ਵਾ ਵੀ ਉਹ ਕਿੱਥੇ ਪਈ ਆ, ਠੀਕ ਹੈ, ਕਿਉਂਕਿ ਉਹਨੂੰ ਉਸੇ ਚੀਜ਼ ਦੀ ਲੋੜ ਹੈ, ਉਸੇ ਬਾਰੇ ਫਿਕਰ ਕਰਦਾ ਹੈ। ਓਕੇ, ਹਾਂਜੀ। ਅਗਲਾ ਜਿਹੜਾ ਹੈ ਉਹ ਫਿਰ ਅਖਾਣ ਸ਼ਾਨਦਾਰ ਇੱਕ ਅਖਾਣ ਆਇਆ ਹੈ। ਖੈਰ ਕਲੰਦਰਾਂ ਹੁੱਜਾਂ ਬਾਂਦਰਾਂ। ਫੇਰ ਪੜ੍ਹ ਦਿੰਦਾ ਵਾ, ਖੈਰ ਕਲੰਦਰਾਂ ਹੁੱਜਾਂ ਬਾਂਦਰਾਂ। ਦੱਸੋ ਇਹਦਾ ਜਵਾਬ ਜ਼ਰਾ ਆਪਣੇ ਦਿਮਾਗ ਦੇ ਵਿੱਚ। ਔਰ ਮੈਨੂੰ ਤੁਸੀਂ ਫੇਰ ਕਹਿ ਰਿਹਾ ਵਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਵਾ ਕਿਸ ਤਰੀਕੇ ਨਾਲ ਤੁਹਾਨੂੰ ਇਹ ਲੱਗੇ ਆ ਇਹ ਅਖਾਣ। ਸੋ ਕੀ ਮੈਂ ਤੁਹਾਨੂੰ ਕੁਛ ਵੈਲਿਊ ਦੇ ਪਾਇਆ ਵਾ, ਕੀ ਕੁਛ ਨਵਾਂ ਸਿਖਾ ਪਾਇਆ ਵਾ, ਸੋ ਜ਼ਰੂਰ ਦੱਸਣਾ। ਦੇਖੋ ਸਾਰਾ ਇਹ YouTube ਦੇ ਉੱਤੇ ਫ੍ਰੀ ਅੱਜ ਤੁਹਾਨੂੰ ਹਰ ਚੀਜ਼ ਪੜ੍ਹਨ ਦੀ ਮੌਕਾ ਮਿਲ ਰਿਹਾ ਵਾ, ਪਰ ਫਿਰ ਵੀ ਤੁਸੀਂ ਇੱਥੇ ਜੇ ਤੁਹਾਡੀ ਕੁਛ ਫੀਸ ਹੈ ਤਾਂ ਉਹ ਤੁਸੀਂ ਲਾਈਕ ਸ਼ੇਅਰ ਕਮੈਂਟ ਕਰ ਸਕਦੇ ਆ। ਓਕੇ, ਔਰ ਜਿਹੜਾ ਹੈਗਾ ਇਹਨੂੰ ਫ੍ਰੀ ਲੈਣ ਦਾ ਪਾਪ ਤੁਸੀਂ ਨਹੀਂ ਕਰਨਾ ਹੈ, ਠੀਕ ਹੈ ਜੀ। ਓਕੇ, ਖੈਰ ਕਲੰਦਰਾਂ ਹੁੱਜਾਂ ਬਾਂਦਰਾਂ, ਕਮਾਵੇ ਕੋਈ ਤੇ ਖਾਵੇ ਕੋਈ, ਖੇਚਲ ਕੋਈ ਕਰੇ ਤੇ ਫਾਇਦਾ ਕੋਈ ਉਠਾਵੇ, ਖਵਾਜੇ ਦਾ ਗਵਾਹ ਡੱਡੂ, ਠੀਕ ਹੈ। ਸੋ ਇਸ ਤਰੀਕੇ ਨਾਲ ਹੈ ਕਮਾਵੇ ਕੋਈ ਤੇ ਖਾਵੇ ਕੋਈ, ਖੈਰ ਕਲੰਦਰਾਂ ਹੁੱਜਾਂ ਬਾਂਦਰਾਂ। ਓਕੇ, ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ, ਠੀਕ ਹੈ। ਸੋ ਕੀ ਹੈ ਇਹਦਾ ਜਵਾਬ। ਬੜਾ ਹੀ ਇੱਕ ਇੰਟਰਸਟਿੰਗ ਜਿਹਾ ਇਹ ਅਖਾਣ ਹੈ। ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ। ਹਾਂਜੀ, ਸੋ ਇਹਦਾ ਮਤਲਬ ਹੈ ਕਿ ਇਹਦੇ ਹੱਥ ਪੱਲੇ ਦਾ ਕੁਛ ਨਹੀਂ ਆਇਆ, ਠੀਕ ਹੈ। ਕਣਕ ਵੀ ਖੇਤ 'ਚ ਖੜੀ ਆ, ਓਕੇ, ਕੁੜੀ ਵੀ ਹਲੇ ਪੇਟ ਦੇ ਅੰਦਰ ਆ, ਠੀਕ ਹੈ, ਜਾਂ ਗਰਭਵਤੀ ਆ ਹਲੇ, ਠੀਕ ਹੈ। ਸੋ ਕੋਈ ਬੱਚਾ ਵੀ ਨਹੀਂ ਹੋਇਆ, ਠੀਕ ਹੈ। ਸੋ ਹਲੇ ਪ੍ਰੋਸੈਸ ਵਿੱਚ ਦੇ ਵਿੱਚ ਹੀ ਆ, ਕੁਛ ਹੱਥ ਵਿੱਚ ਨਹੀਂ ਆਇਆ, ਪਰ ਆਪਾਂ ਕੀ ਆ ਕਿ ਉਸ ਹਿਸਾਬ ਦੇ ਨਾਲ ਕੀ ਹੈ ਖਰਚ ਕਰਨ ਲੱਗ ਪੈਂਦੇ ਆ। ਕੇਵਲ ਆਸਾਂ ਦੇ ਆਸਰੇ ਖਰਚ ਕਰਨਾ ਅਤੇ ਜ਼ਿੰਮੇਵਾਰੀਆਂ ਚੁੱਕਣ ਲੱਗ ਪੈਣਾ,
ठीक है, हथ पल्ले कुछ भी नहीं आया, बस आसां दे सहारे ਜਿਹੜੇ ਹੈਗੇ ਸੀ खर्च कर ਦਿੰਦੇ ਆ ਜਾਂ ਜ਼ਿੰਮੇਵਾਰੀਆਂ ਚੁੱਕਣ ਲੱਗ ਪੈਂਦੇ ਆ। ਉਹਨੂੰ ਕਿਹਾ ਜਾਂਦਾ ਹੈ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ। ਠੀਕ ਹੈ, ਸੋ ਅਗਲਾ ਜਿਹੜਾ ਹੈ ਅਖਾਣ, ਦੱਸੋ ਇਹਦਾ ਜਵਾਬ। ਕਰ ਪਰਾਈਆਂ ਤੇ ਆਉਣੀ ਜਾਈਆਂ, ਕਰ ਪਰਾਈਆਂ ਤੇ ਆਉਣੀ ਜਾਈਆਂ, ਕੀ ਹੈ ਇਹਦਾ ਜਵਾਬ ਇਸ ਅਖਾਣ ਦਾ। ਸੋ ਇਸ ਅਖਾਣ ਦਾ ਜਵਾਬ ਹੈ ਜੋ ਇਸਤਰੀ ਆਪਣੀ ਨੌਂ ਨਾਲ ਬੁਰਾ ਸਲੂਕ ਕਰਦੀ ਹੈ ਉਸਦੀ ਧੀ ਨਾਲ ਵੀ ਸਹੁਰੇ ਉਹੋ ਜਿਹਾ ਸਲੂਕ ਹੋਵੇਗਾ। ਠੀਕ ਹੈ, ਸੋ ਨੌਂ ਜਿਹੜੀ ਹੈਗੀ ਅੱਗੇ ਉਹ ਕਹਿ ਸਕਦੀ ਆ ਆਪਣੀ ਸੱਸ ਨੂੰ ਕਿ ਕਰ ਪਰਾਈਆਂ ਤੇ ਆਉਣੀਆਂ ਜਾਈਆਂ ਤੇ ਕੋਈ ਗੱਲ ਨਹੀਂ, ਤੂੰ ਕਰ ਲਾ ਮੇਰੇ ਉੱਤੇ, ਤੇਰੀਆਂ ਤੇ ਵੀ ਆਉਣੀ ਆ। ਠੀਕ ਹੈ, ਸੋ ਉਸ ਗੱਲ ਦੇ ਵਿੱਚ ਇਹ ਗੱਲ ਜਿਹੜੀ ਹੈ ਫਿੱਟ ਹੋ ਜਾਂਦੀ ਹੈ। ਸੋ ਅਗਲਾ ਜਿਹੜਾ ਹੈ ਫੇਰ ਤੋਂ ਤੁਹਾਡੇ ਸਾਹਮਣੇ ਆ ਰਿਹਾ ਹੈ ਅਗਲਾ ਅਖਾਣ। ਕੰਮ ਤੇ ਰਹੇ ਤਾਂ ਕਾਜੀ, ਨਾ ਰਹੇ ਤਾਂ ਪਾਜੀ। ਕੀ ਹੈ ਇਸ ਅਖਾਣ ਦਾ ਜਵਾਬ, ਸੋਚੋ। ਬਹੁਤ ਹੀ ਚੈਲੰਜਿੰਗ ਔਰ ਇਹ ਡਿਫਰੈਂਟ ਅਲੱਗ ਜਿਹੜੇ ਤੁਹਾਡੇ ਲਈ ਅਖਾਣ ਲੈ ਕੇ ਆਇਆ ਹਾਂ। ਹਾਂਜੀ, ਜਿੰਨਾ ਚਿਰ ਕਿਸੇ ਤੋਂ ਮਤਲਬ ਲੈਣਾ ਹੁੰਦਾ ਹੈ ਉਨਾ ਚਿਰ ਉਹਨੂੰ ਸਲਾਉਣਾ ਵਡਿਆਉਣਾ ਤੇ ਮਗਰੋਂ ਉਸਨੂੰ ਭੰਡਣ ਲੱਗ ਪੈਣਾ। ਠੀਕ ਹੈ, ਕੰਮ ਰਹੇ ਤਾਂ ਕਾਜੀ, ਕਾਜੀ ਮਤਲਬ ਬਹੁਤ ਰਿਸਪੈਕਟ ਦੇਣੀ। ਠੀਕ ਹੈ, ਕਾਜੀ ਨੂੰ ਓਕੇ। ਨਾ ਰਹੇ ਤਾਂ ਪਾਜੀ, ਠੀਕ ਹੈ, ਬਾਅਦ ਵਿੱਚ ਉਹਨੂੰ ਜੋ ਹੈ ਭੰਡਣ ਲੱਗ ਪੈਣਾ। ਠੀਕ ਹੈ, ਔਰ ਅਗਲਾ ਜਿਹੜਾ ਹੈ ਸਾਡਾ ਅਖਾਣ, ਖਾਲੀ ਸ਼ੰਖ ਵਜਾਵੇ ਦੀਪਾ। ਸੋਚੋ ਸੋਚੋ ਇਹਦੇ ਬਾਰੇ ਔਰ ਦਿਓ ਜਵਾਬ। ਖਾਲੀ ਸ਼ੰਖ ਵਜਾਵੇ ਦੀਪਾ। ਠੀਕ ਹੈ, ਸੋ ਇਹਦਾ ਜਵਾਬ ਹੈ ਜਦ ਕੋਈ ਬੰਦਾ ਫੋਕੀਆਂ ਫੜਾ ਮਾਰੇ ਤਾਂ ਉਸ ਤੇ ਘਟਾਉਂਦੇ ਹਨ, ਮਤਲਬ ਉਸ ਤੇ ਵਰਤਦੇ ਹਨ। ਠੀਕ ਹੈ, ਜਿਹੜਾ ਬੰਦਾ ਫੋਕੀਆਂ ਫੋਕੇ ਸ਼ੰਖ ਵਜਾਈ ਜਾ ਰਿਹਾ, ਖਾਲੀ ਸ਼ੰਖ ਵਜਾ ਰਿਹਾ। ਠੀਕ ਹੈ, ਸੋ ਫੋਕੀਆਂ ਫੜਾ ਮਾਰਦਾ ਪਿਆ ਵਾ। ਠੀਕ ਹੈ, ਸੋ ਉੱਥੇ ਵਰਤਿਆ ਜਾਂਦਾ ਹੈ ਇਹ। ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਤੁਹਾਨੂੰ ਇਹ ਅਖਾਣ ਅੱਜ ਦੇ ਲੱਗੇ ਨੇ ਵਧੀਆ, ਠੀਕ ਹੈ, ਔਰ ਤੁਸੀਂ ਸਮਝਦੇ ਆ ਕਿ ਇਹ ਤੁਹਾਨੂੰ ਪੜ੍ਹਨੇ ਚਾਹੀਦੇ ਆ, ਰਿਵਾਈਜ਼ ਕਰਨੇ ਚਾਹੀਦੇ ਆ ਦੁਬਾਰਾ, ਤਾਂ ਇਹਦਾ ਜੋ ਤੁਸੀਂ PDF ਡਾਊਨਲੋਡ ਕਰ ਸਕਦੇ ਹਾਂ, ਲਿੰਕ ਉਸ ਦਾ ਦਿੱਤਾ ਹੋਇਆ ਹੈ ਡਿਸਕ੍ਰਿਪਸ਼ਨ ਦੇ ਅੰਦਰ। ਠੀਕ ਹੈ ਜੀ, ਸੋ ਇਸ ਤਰੀਕੇ ਨਾਲ ਤੁਸੀਂ ਲੈ ਸਕਦੇ ਆ ਹੋਰ ਲਾਹਾ। ਪਰ ਯਾਦ ਰੱਖਿਓ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਹੈ। ਓਕੇ, ਅਗਲਾ ਜੋ ਹੈ ਤੁਹਾਡੇ ਲਈ ਅਖਾਣ, ਗੱਲ ਹੋਈ ਪੁਰਾਣੀ ਬੁੱਕਲ ਮਾਰ ਬੈਠੀ ਚੁਦਰਾਣੀ। ਠੀਕ ਹੈ, ਸੋ ਕੀ ਹੈ ਇਹ ਅਖਾਣ ਦਾ ਜਵਾਬ। ਗੱਲ ਹੋਈ ਪੁਰਾਣੀ ਬੁੱਕਲ ਮਾਰ ਬੈਠੀ ਚੁਦਰਾਣੀ। ਓਕੇ, ਸੋ ਇਹਦਾ ਜਵਾਬ ਹੈ ਕਿ ਜਦੋਂ ਕੋਈ ਬੰਦਾ ਨਮੋਸ਼ੀ ਵਾਲਾ ਕੰਮ ਕਰਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕਰਕੇ ਪਿਛਾਂਹ ਰਹੇ। ਠੀਕ ਹੈ, ਪਹਿਲਾਂ ਕੋਈ ਨਮੋਸ਼ੀ ਵਾਲਾ ਕੰਮ ਕੀਤਾ, ਪਰ ਕੀ ਕੀਤਾ, ਕੀ ਹੋਇਆ ਕਿ ਪਹਿਲਾਂ ਤਾਂ ਥੋੜੀ ਦੇਰ ਸ਼ਰਮ ਕੀਤੀ ਉਹਨੇ, ਪਿਛਾਂਹ ਰਿਹਾ, ਪਰ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਵਾ ਚੌਧਰੀਆਂ ਵਾਂਗੂ ਜਿਹੜਾ ਆ ਕੇ ਅੱਗੇ ਬਹਿ ਜਾਂਦਾ ਹੈ। ਪਰ ਸਮਾਂ ਲੰਘ ਜਾਣ ਤੇ ਬੜਾ ਸਾਊ ਅਤੇ ਚੌਧਰੀ ਬਣ ਕੇ ਬਹੇ ਤਾਂ ਕਹਿੰਦੇ ਹਨ ਗੱਲ ਹੋਈ ਪੁਰਾਣੀ ਬੁੱਕਲ ਮਾਰ ਬੈਠੀ ਚੁਦਰਾਣੀ। ਓਕੇ, ਅਗਲਾ ਜੋ ਹੈ ਤੁਹਾਡੇ ਲਈ ਅਖਾਣ, ਦਿਓ ਇਹਦਾ ਜਵਾਬ। ਗੌਂ ਭੁਣਾਵੇ ਜੌਂ ਭਾਵੇਂ ਗਿੱਲੇ ਹੋਣ। ਗੌਂ ਭੁਣਾਵੇ ਜੌਂ ਭਾਵੇਂ ਗਿੱਲੇ ਹੋਣ। ਸੋ ਕੀ ਹੈ ਇਹਦਾ ਅਰਥ, ਕੀ ਮਤਲਬ ਬਣਦਾ ਹੈ ਇਸ ਅਖਾਣ ਦਾ। ਸੋ ਇਹਦਾ ਮਤਲਬ ਬਣਦਾ ਹੈ ਮਤਲਬ ਲਈ ਮਨੁੱਖ ਨੂੰ ਸਭ ਕੁਝ ਕਰਨਾ ਪੈਂਦਾ ਹੈ। ਗੌਂ ਭੁਣਾਵੇ ਜੌਂ, ਜਦੋਂ ਲੋੜ ਪੈ ਗਈ ਆ ਤਾਂ ਸਭ ਕੁਝ ਕਰਨਾ ਪੈਂਦਾ ਵਾ। ਹੁਣ ਤੁਸੀਂ ਦੇਖਿਆ ਕਰੋਨਾ ਦੇ ਟਾਈਮ ਵਿੱਚ ਕਈ ਬਿਜ਼ਨਸ ਬੰਦ ਹੋ ਗਏ, ਤਾਂ ਆਪਾਂ ਅਖਬਾਰਾਂ 'ਚ ਖਬਰ ਪੜ੍ਹਦੇ ਸੀਗੇ ਕਿ ਜਿਹੜੇ ਜਵੈਲਰ ਆ, ਠੀਕ ਆ, ਜਿਹੜੇ ਸੁਨਿਆਰੇ ਆ, ਓਕੇ, ਉਹ ਵੀ ਸਬਜ਼ੀਆਂ ਵੇਚਣ ਤੇ ਆ ਗਏ ਸੀ। ਸੋ ਉੱਥੇ ਇਹ ਬੈਠਦਾ ਹੈ ਇਹ ਢੁਕਵਾਂ ਅਖਾਣ, ਗੌਂ ਭੁਣਾਵੇ ਜੌਂ ਭਾਵੇਂ ਗਿੱਲੇ ਹੋਣ। ਠੀਕ ਹੈ ਜੀ, ਇਸ ਤੋਂ ਅੱਗੇ ਅਗਲਾ ਅਖਾਣ ਹੈ ਬਹੁਤ ਹੀ ਵਧੀਆ ਅਖਾਣ, ਫਿਰ ਬਹੁਤ ਹੀ ਇੱਕ ਸਮਝਦਾਰੀ ਵਾਲਾ ਅਖਾਣ। ਸੋ ਦੱਸਦਾ ਹੈ ਸਾਡੇ ਬਜ਼ੁਰਗਾਂ ਦੀ ਸਮਝਦਾਰੀ, ਉਹਨਾਂ ਦੀ ਜ਼ਿੰਦਗੀ ਦੀ ਸਮਝ ਦੱਸਦੇ ਆ ਇਹ ਅਖਾਣ ਸਾਨੂੰ। ਚੜਿਆ 100 ਤੇ ਲੱਥਾ ਭੌ। ਠੀਕ ਹੈ, ਫਿਰ ਤੋਂ ਚੜਿਆ 100 ਤੇ ਲੱਥਾ ਭੌ। ਸੋਚੋ ਇਹਦੇ ਬਾਰੇ, ਇਸ ਅਖਾਣ ਬਾਰੇ ਕੀ ਹੋਏਗਾ ਇਹਦਾ
ਜਵਾਬ। ਸੋ ਇਹਦਾ ਜਵਾਬ ਹੈ ਜਦੋਂ ਬੰਦੇ ਦੇ ਉੱਤੇ ਬਹੁਤ ਕਰਜ਼ਾ ਚੜ ਜਾਂਦਾ ਨਾ ਫਿਰ ਉਹ ਬੰਦਾ ਬੇਪਰਵਾਹੀ ਹੋ ਜਾਂਦਾ ਵਾ। ਠੀਕ ਹੈ, ਉਹ ਕਹਿੰਦਾ ਹੁਣ ਕੀ ਫਰਕ ਪੈਂਦਾ, ਜਿੱਥੇ ਇੰਨਿਆਂ ਦੇ ਦੇਣੇ ਆ ਉੱਥੇ ਹੋਰਾਂ ਦੇ ਦੇ ਲਾਂਗੇ। ਸੋ ਉਹਦਾ ਜਿਹੜਾ ਹੈਗਾ ਭੁਆ ਹੀ ਖਤਮ ਹੋ ਜਾਂਦਾ ਵਾ। ਓਕੇ, ਨਵੇਂ ਨੂੰ ਲੱਗਦਾ ਵਾ ਨਮੋਸ਼ੀ ਆਉਂਦੀ ਆ, ਪਰ ਜਦੋਂ ਜਿੱਦਾਂ ਟਾਈਮ ਲੰਘਦਾ ਜਾਂਦਾ ਸੋ ਫਿਰ ਉਹ ਬੇਸ਼ਰਮ ਹੋ ਜਾਂਦਾ, ਬੇਪਰਵਾਹ ਹੋ ਜਾਂਦਾ ਵਾ। ਸੋ ਚੜਿਆ 100 ਤੇ ਲੱਥਾ ਭੌ। ਸੋ ਪੁਰਾਣੇ ਜ਼ਮਾਨੇ ਦੇ ਵਿੱਚ 100 ਰੁਪਏ ਦਾ ਕਰਜ਼ ਹੋਣਾ ਬਹੁਤ ਵੱਡੀ ਗੱਲ ਸੀਗੀ, ਅੱਜ ਤਾਂ ਆਪਣੇ ਲਈ ਕੋਈ ਗੱਲ ਨਹੀਂ ਹੈ, ਹਨਾ। ਸੋ ਚਿੱਟੀ ਦਾੜੀ ਤੇ ਆਟਾ ਖਰਾਬ, ਚਿੱਟੀ ਦਾੜੀ ਤੇ ਆਟਾ ਖਰਾਬ। ਸੋ ਦੱਸੋ ਇਸ ਅਖਾਣ ਦਾ ਕੀ ਹੈ ਅਰਥ? ਸੋਚੋ ਜ਼ਰਾ ਆਪਣੇ ਦਿਮਾਗ ਦੇ ਅੰਦਰ। ਸੋ ਇਹਦਾ ਅਰਥ ਹੈ ਕਿ ਜਦੋਂ ਕੋਈ ਵੱਡੀ ਵਡੇਰੀ ਉਮਰ ਦਾ ਜਿਹੜਾ ਬੰਦਾ ਉਦੋਂ ਕੋਈ ਨੀਚ ਕੰਮ ਕਰ ਦੇਵੇ, ਨੀਚ ਹਰਕਤ ਕਰ ਦੇਵੇ, ਉਦੋਂ ਵਰਤਿਆ ਜਾਂਦਾ ਹੈ ਅਖਾਣ ਚਿੱਟੀ ਦਾੜੀ ਤੇ ਆਟਾ ਖਰਾਬ। ਓਕੇ, ਹਾਂਜੀ, ਅਗਲਾ ਜੋ ਹੈ ਫੇਰ ਸਾਡੇ ਕੋਲ ਆ ਚੁੱਕਾ ਹੈ ਮੁਹਾਵਰਾ ਅਖਾਣ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਠੀਕ ਹੈ, ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਓਕੇ, ਸੋ ਇਨਜਸਟਿਸ ਲੱਗਦਾ ਵਾ ਸਾਨੂੰ ਤਾਂ ਨਾ ਵੀ ਯਾਰ ਚੋਰ ਦੀ ਮਾਂ ਨੂੰ ਕਾਹਤੇ ਮਾਰਨਾ, ਜਿਹਦੀ ਗਲਤੀ ਆ ਉਹਨੂੰ ਮਾਰੋ, ਪਰ ਇਹ ਅਖਾਣ ਨੇ ਇਹ ਕਿਸੇ ਅਲੱਗ ਲੈਵਲ ਦੇ ਉੱਤੇ ਚੱਲ ਰਹੇ ਨੇ। ਠੀਕ ਹੈ ਜੀ, ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਇਹਦਾ ਮਤਲਬ ਕੀ ਹੁੰਦਾ ਵਾ ਕਿ ਨੁਕਸਾਨ ਵੱਲ ਦੇਖਣ ਤੋਂ ਪਹਿਲਾਂ ਨੁਕਸਾਨ ਦੇ ਕਰਨ ਵਾਲੇ ਨੂੰ ਸਮਝਣਾ ਚਾਹੀਦਾ ਵਾ ਕਿ ਇਹ ਨੁਕਸਾਨ ਕਿੱਦਾਂ ਹੋਇਆ, ਇਹ ਕਿਹਨੇ ਇਹ ਨੁਕਸਾਨ ਕੀਤਾ। ਠੀਕ ਹੈ, ਸੋ ਉੱਥੇ ਇਹ ਵਰਤਿਆ ਜਾਂਦਾ ਹੈ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਇੱਕ ਵਾਰ ਫੇਰ ਦੱਸ ਦੇਵਾਂ, ਸੋ PDF ਲਿੰਕ, ਠੀਕ ਹੈ, ਇਹ ਸਾਰੇ ਹੀ ਉਹਦੇ ਵਿੱਚ ਅਖਾਣ ਜੋ ਹੈ ਉਹਦਾ PDF ਲਿੰਕ ਤੁਹਾਨੂੰ ਮਿਲ ਜਾਏਗਾ ਡਿਸਕ੍ਰਿਪਸ਼ਨ ਦੇ ਅੰਦਰ, ਉੱਥੋਂ ਜਾ ਕੇ ਤੁਸੀਂ ਕਰ ਸਕਦੇ ਹਾਂ ਡਾਊਨਲੋਡ। ਓਕੇ, ਔਰ ਅੱਗੇ ਜੋ ਹੈ ਅਗਲਾ ਸਾਡਾ ਅਖਾਣ ਆਉਂਦਾ ਹੈ ਜਮਾਤ ਕਰਾਮਾਤ। ਸੋ 2 ਅੱਖਰਾਂ ਦਾ ਇਹ ਅਖਾਣ ਹੈ, ਦੇਖੋ। ਠੀਕ ਹੈ, 2 ਅੱਖਰਾਂ ਦਾ ਅਖਾਣ ਹੈ ਔਰ ਪਰ ਸਾਨੂੰ ਦਿੰਦਾ ਹੈ ਇੱਕ ਬਹੁਤ ਹੀ ਵੱਡੀ ਸਮਝ। ਕੀ ਹੈ ਇਹਦਾ, ਕੋਈ ਜਾਣਦਾ ਹੈ? ਠੀਕ ਹੈ, ਸੋ ਮੈਨੂੰ ਸਾਰੇ ਕਮੈਂਟ ਬਾਕਸ ਦੇ ਵਿੱਚ ਜਿਹੜੇ ਵੀ ਵੀਡੀਓ ਦੇਖ ਰਹੇ ਆ ਜ਼ਰੂਰ ਦੱਸਣਾ ਕਿ ਇਹਨਾਂ ਵਿੱਚੋਂ ਤੁਸੀਂ ਕਿੰਨੇ ਪਹਿਲਾਂ ਅਖਾਣ ਸੁਣੇ ਹੋਏ ਵੀ ਸੀਗੇ। ਠੀਕ ਹੈ, ਜੇ ਸੁਣੇ ਹੋਏ ਸੀ ਤਾਂ ਕੀ ਤੁਹਾਨੂੰ ਉਹਨਾਂ ਦੇ ਮਤਲਬ ਪਤਾ ਸੀਗੇ? ਓਕੇ, ਸੋ ਇਹਦਾ ਮਤਲਬ ਹੈ ਜਮਾਤ ਕਰਾਮਾਤ ਦਾ ਜਦੋਂ ਏਕੇ ਦੀ ਬਰਕਤ ਦੱਸਣੀ ਹੋਵੇ। ਠੀਕ ਹੈ, ਏਕੇ ਦੀ ਬਰਕਤ ਦੱਸਣੀ ਹੋਵੇ ਫੇਰ ਕਹਿੰਦੇ ਆ ਕਿ ਜਮਾਤ ਕਰਾਮਾਤ, ਮਤਲਬ ਜਦੋਂ ਸਾਰੇ ਇੱਕੋ ਜਮਾਤ ਦੇ ਲੋਕ ਜੁੜ ਜਾਂਦੇ ਆ ਫਿਰ ਉਹ ਕਰਾਮਾਤ ਕਰ ਦਿੰਦੇ ਆ। ਠੀਕ ਹੈ, ਇਹੋ ਜਿਹੇ ਕੰਮ ਕਰ ਦਿੰਦੇ ਆ ਜਿਹੜੇ ਕਿ ਇੰਪੋਸੀਬਲ ਹੋਣ। ਓਕੇ, ਅਗਲਾ ਜੋ ਹੈ ਸਾਡਾ ਸਵਾਲ ਹੈ ਜੱਟ ਹੋਇਆ ਕਮਲਾ, ਖੁਦਾ ਨੂੰ ਲੈ ਕੇ ਚੋਰ। ਇਹ ਹੈ ਅਖਾਣ ਜੱਟ ਹੋਇਆ ਕਮਲਾ, ਖੁਦਾ ਨੂੰ ਲੈ ਗਏ ਚੋਰ। ਸੋ ਕੀ ਮਤਲਬ ਹੈ, ਕੀ ਮਤਲਬ ਹੈ ਇਸ ਅਖਾਣ ਦਾ? ਇਸ ਅਖਾਣ ਦਾ ਮਤਲਬ ਹੈ ਜਦੋਂ ਕੋਈ ਬੰਦਾ ਜਾਣ ਬੁੱਝ ਕੇ ਭੋਲਾ ਜਾਂ ਯਮਲਾ ਬਣ ਜਾਏ ਉਦੋਂ ਕਹਿੰਦੇ ਹਨ। ਠੀਕ ਹੈ, ਜਦੋਂ ਮਚਲਾ ਹੋ ਜਾਵੇ, ਜਾਣ ਬੁੱਝ ਕੇ ਭੋਲਾ ਬਣ ਗਿਆ, ਯਮਲਾ ਜਿਹਾ ਬਣ ਗਿਆ, ਉਦੋਂ ਕਹਿੰਦੇ ਆ ਜੱਟ ਹੋਇਆ ਕਮਲਾ, ਖੁਦਾ ਨੂੰ ਲੈ ਗਏ ਚੋਰ। ਉਦੋਂ ਵਰਤਿਆ ਜਾਂਦਾ ਹੈ ਇਹ ਅਖਾਣ। ਹਾਂਜੀ, ਅਗਲਾ ਫੇਰ ਤੋਂ ਤੁਹਾਡੇ ਸਾਹਮਣੇ ਜਿਹੜਾ ਹੈ ਇੱਕ ਅਖਾਣ ਊਠ ਨਾ ਕੁੱਦੇ ਬੋਰੇ ਕੁੱਦੇ। ਊਠ ਨਾ ਕੁੱਦੇ ਬੋਰੇ ਕੁੱਦੇ। ਕੁੱਦੇ ਦਾ ਮਤਲਬ ਹੁੰਦਾ ਵਾ ਕਿ ਛਲਾਂਗ ਮਾਰਨੀ। ਠੀਕ ਹੈ, ਜੰਪ ਕਰਨਾ। ਓਕੇ, ਊਠ ਨਾ ਕੁੱਦੇ ਬੋਰੇ ਕੁੱਦੇ, ਜਾਂ ਇਦਾਂ ਵੀ ਕਹਿ ਦਿੰਦੇ ਆ ਊਠ ਨਾ ਕੁੱਦਣ ਬੋਰੇ ਕੁੱਦਣ। ਕੀ ਹੈ ਇਹਦਾ ਜੋ ਹੈ ਜਵਾਬ? ਇਹ ਥੋੜਾ ਈਜ਼ੀ ਆ, ਤੁਸੀਂ ਪੜ੍ਹਿਆ ਵੀ ਹੋ ਸਕਦਾ ਵਾ। ਠੀਕ ਹੈ, ਸੋ ਇਹਦਾ ਮਤਲਬ ਇਹ ਹੈ ਕਿ ਜਦੋਂ ਕੋਈ ਕੋਈ ਹੱਕਦਾਰ ਹੈ ਕਿਸੇ ਚੀਜ਼ ਦਾ ਉਹ ਤਾਂ ਬੋਲੇ ਨਾ। ਠੀਕ ਹੈ, ਪਰ ਉਹਦੇ ਹੋਰ ਜਿਹੜੇ ਹੈਗੇ ਆ ਨੇੜਲੇ ਸੰਬੰਧੀ ਉਹ ਜ਼ਿਆਦਾ ਬੋਲਣ। ਠੀਕ ਹੈ, ਜਦੋਂ ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ ਪਰ ਦੂਸਰੇ ਐਵੇਂ ਰੌਲਾ ਪਾਈ ਜਾਣ ਉਦੋਂ ਕਿਹਾ ਜਾਂਦਾ ਹੈ ਊਠ ਨਾ ਕੁੱਦੇ ਬੋਰੇ ਕੁੱਦੇ। ਮਤਲਬ ਊਠ ਦੇ ਉੱਤੇ ਬੋਰੇ ਲੱਦੇ ਹੁੰਦੇ ਆ ਨਾ, ਸੋ ਕੀ ਕਹਿੰਦੇ ਆ ਕਿ ਊਠ ਤਾਂ ਕੁੱਦਦਾ ਨਹੀਂ ਪਿਆ, ਊਠ ਤਾਂ ਕੁਝ ਬੋਲਦਾ ਨਹੀਂ ਪਿਆ ਆਪਣੇ ਹੱਕ ਬਾਰੇ, ਉਹ ਬੋਰੇ ਉੱਪਰੋਂ ਐਵੇਂ ਉਹ ਕੁੱਦੀ ਜਾਂਦੇ ਆ, ਉਹ ਐਵੇਂ ਹੀ ਛਲਾਂਗਾਂ ਲਾਈ ਜਾਂਦੇ ਆ। ਸੋ ਉਸ ਤਰੀਕੇ ਨਾਲ ਇਹ ਬਣਾਇਆ ਗਿਆ ਹੈ ਅਖਾਣ। ਸੋ ਹਾਂਜੀ, ਇਸ ਤੋਂ ਅੱਗੇ ਇਹ ਸਭ ਗੋਲ ਕੁਝ ਨਾ ਫੋੜ, ਥੋੜਾ ਸੁਣਿਆ ਹੋਏਗਾ, ਇਹ ਸੁਣਿਆ ਹੋਏਗਾ ਕਈਆਂ ਨੇ, ਇਹ ਸਭ ਗੋਲ ਕੁਝ ਨਾ ਫੋੜ। ਸੋ ਕੀ ਮਤਲਬ ਬਣਿਆ ਹੈ ਇਸ ਅਖਾਣ ਦਾ? ਸੋ ਇਸ ਅਖਾਣ ਦਾ ਮਤਲਬ ਇਹ ਹੁੰਦਾ ਹੈ ਜਦੋਂ ਕਿਸੇ ਮਸਲੇ ਜਾਂ ਵਿਅਕਤੀ ਬਾਰੇ ਵਿਸਤਾਰ ਨਾਲ ਗੱਲ ਕੀਤਿਆਂ ਕੇਵਲ ਨੁਕਸ ਜਾਂ ਬੁਰਾਈਆਂ ਹੀ ਲੱਭਣ ਤਾਂ ਕਹਿੰਦੇ ਹਨ
ठीक है कि इस भगोल कुछ ना फोड़, ठीक है। ਸੋ ਕਈ ਇਹੋ ਜਿਹੇ ਬੰਦੇ ਆ, ਤੁਸੀਂ ਵੀ ਗੱਲ ਕਰਦੇ ਹੋਣੇ ਆ, ਠੀਕ ਹੈ। ਸੋ ਗੱਲ ਕਰਦੇ ਆ ਕਿ ਤੁਹਾਨੂੰ ਹਮੇਸ਼ਾ ਉਹਨਾਂ ਵਿੱਚ ਨੁਕਸ ਹੀ ਮਿਲਦੇ ਆ, ਬੁਰਾਈਆਂ ਹੀ ਮਿਲਦੀਆਂ ਨੇ, ਠੀਕ ਹੈ। ਉਹ ਤੇ ਤੁਸੀਂ ਵਰਤ ਸਕਦੇ ਆ ਇਹ ਅਖਾਣ, ਇਸ ਭਗੋਲ ਕੁਝ ਨਾ ਫੋੜ, ਜਿੰਨਾ ਫੋਲੇਗਾ ਉਹਨਾਂ ਵਿੱਚੋਂ ਹੋਰ बुराइयां निकलनियां ने, ठीक है। और अगला जो है अखान, हीले रिजक बहाने मौत, ये रिपीट हो गया, ਤੁਸੀਂ ਪਹਿਲਾਂ ਵੀ ਕਰ ਚੁੱਕੇ ਆ ਹਨਾ ਕਿ ਠੀਕ ਹੈ ਕਿ ਉਦਮ ਦੇ ਨਾਲ ਹੀ ਜਿਹੜੀ ਹੈਗੀ ਆ ਉਹ ਰੋਜ਼ੀ ਕਮਾ ਸਕਦੇ ਆ, ਠੀਕ ਹੈ। ਸੋ ਹਾਂਜੀ ਅਗਲਾ ਜਿਹੜਾ ਹੈਗਾ ਵਾ ਅਖਾਣ ਆ ਗਿਆ ਹੈ ਵਿਆਹ ਵਿੱਚ ਬੀ ਦਾ ਲੇਖਾ, ਵਿਆਹ ਵਿੱਚ ਬੀ ਦਾ ਲੇਖਾ। ਸੋ ਕੀ ਹੈ ਇਹ, ਕੀ ਬਣੇਗਾ ਇਹਦਾ ਜਵਾਬ, ਕੀ ਬਣਦਾ ਹੈ ਇਸ ਅਖਾਣ ਦਾ ਮਤਲਬ ਵਿਆਹ ਵਿੱਚ ਬੀ ਦਾ ਲੇਖਾ। ਦੇਖੋ ਇਹ ਅਖਾਣ ਉਦੋਂ ਵਰਤਿਆ ਜਾਂਦਾ ਵਾ ਜਦੋਂ ਆਪਾਂ ਕਿ ਕੁਝ ਲੋਕ ਜਿਹੜੇ ਆ ਕਿ ਬਹੁਤ ਇੰਪੋਰਟੈਂਟ ਕੰਮ ਕਰਦੇ ਹੋਣ, ਠੀਕ ਹੈ, ਬਹੁਤ ਇੰਪੋਰਟੈਂਟ ਕੰਮ ਕਰਦੇ ਹੋਣ ਔਰ ਉਸੇ ਟਾਈਮ ਕੋਈ ਬੰਦਾ ਹੋਰ ਆ ਜਾਵੇ ਆਪਣੀ ਬਿਲਕੁਲ ਕੋਈ ਛੋਟਾ ਜਿਹਾ ਕੰਮ ਲੈ ਕੇ, ਠੀਕ ਹੈ। ਓਕੇ, ਜਦ ਕੋਈ ਵੱਡੀ ਜ਼ਰੂਰੀ ਗੱਲ ਹੋ ਰਹੀ ਹੋਵੇ ਤੇ ਲਾਗਿਓਂ ਕੋਈ ਜਣਾ ਨਿਕੰਮੀ ਅਤੇ ਗੈਰ ਜ਼ਰੂਰੀ ਜਿਹੀ ਗੱਲ ਛੇੜ ਬੈਠੇ ਤਾਂ ਕਹਿੰਦੇ ਹਨ, ਠੀਕ ਹੈ, ਵਿਆਹ ਵਿੱਚ ਬੀ ਦਾ ਲੇਖਾ। ਓਕੇ, ਵਿਆਹ ਚੱਲ ਰਿਹਾ ਉਹਦੇ ਵਿੱਚ ਬੀਜ ਦਾ ਲੇਖਾ ਕਰਨ ਬਹਿ ਗਏ ਆ, ਬੀ ਦਾ ਮਤਲਬ ਓਕੇ। ਸੋ ਵਿਆਹ ਵਿੱਚ ਬੀ ਦਾ ਲੇਖਾ। ਹਾਂਜੀ ਅਗਲਾ ਜਿਹੜਾ ਹੈਗਾ ਉਹ ਫੇਰ ਆ ਗਿਆ ਹੈ ਸਾਡਾ ਅਖਾਣ, ਲੇਖਾਂ ਮਾਵਾਂ ਧੀਆਂ ਦਾ ਟਕਾ ਲੇਖ ਬਖਸ਼ੀਸ਼। ਸੋਚੋ ਕੀ ਹੈ ਇਸ ਅਖਾਣ ਦਾ ਮਤਲਬ, ਤੁਹਾਡੇ ਕੋਲ ਹਨ 5 ਸੈਕਿੰਡ ਸਿਰਫ। ਸੋ ਇਸ ਅਖਾਣ ਦਾ ਮਤਲਬ ਹੈ ਜਦੋਂ ਆਪਾਂ ਲੇਖਾ ਕਰਨ ਲੱਗੀਏ ਤਾਂ ਪੂਰਾ ਕਰੀਏ, ਠੀਕ ਹੈ, ਪੂਰਾ ਲੇਖਾ ਕੀਤਾ ਜਾਣਾ ਚਾਹੀਦਾ, ਹਰੇਕ ਚੀਜ਼ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਵਾ, ਓਕੇ। ਲੇਖੇ ਵਿੱਚ ਕੋਈ ਲਿਹਾਜ਼ ਨਹੀਂ ਕੀਤਾ ਜਾ ਸਕਦਾ, ਉਂਝ ਦਾਨ ਜਾਂ ਛੱਡ ਦਿੰਨੀ ਦਿਲ ਆਵੇ ਕਰ ਦਈਏ, ਠੀਕ ਹੈ। ਟਕਾ ਲੇਖ ਬਖਸ਼ੀਸ਼, ਸੋ ਜਿੰਨਾ ਤੁਹਾਡਾ ਕਿਸੇ ਦਾ ਕੋਈ ਆਪਣਾ ਦਿਲ ਕਰਦਾ ਵਾ ਉਹ ਉਹਨਾਂ ਦਾਨ ਕਰ ਸਕਦਾ ਵਾ, ਪਰ ਜਾਂ ਛੱਡ ਸਕਦਾ ਵਾ ਹਨਾ ਵੀ ਚੱਲ ਆ ਛੱਡਿਆ ਤੈਨੂੰ ਮੈਂ, ਠੀਕ ਹੈ। ਜਿੱਦਾਂ ਆਪਾਂ ਕਈ ਵਾਰੀ ਜਾਂਦੇ ਆ ਸਮਾਨ ਲੈ ਕੇ ਆਉਂਦੇ ਆ, ਓਕੇ, ਸੋ ਉੱਤੇ ਸਾਨੂੰ ਕੁਛ ਛੱਡ ਦਿੱਤਾ ਜਾਂਦਾ ਵਾ, ਠੀਕ ਹੈ। ਸੋ 24,600 ਰੁਪਇਆ ਦੇਣਾ ਸੀ, ਤੂੰ ਕਹਿੰਦੇ ਚਲੋ 24,000 ਦੇ ਦਿਓ, ਠੀਕ ਹੈ। ਸੋ ਉਸ ਤਰੀਕੇ ਨਾਲ ਆਪਣੀ ਮਰਜ਼ੀ ਨਾਲ ਜਿਹੜਾ ਛੱਡਦਾ, ਪਰ ਲੇਖਾ ਮਾਵਾਂ ਧੀਆਂ ਦਾ ਮਤਲਬ ਪੂਰਾ ਲੇਖਾ ਹੋਣਾ ਚਾਹੀਦਾ ਵਾ, ਓਕੇ। ਸੋ ਇਹਦੇ ਨਾਲ ਹੀ ਸਾਡੀ ਜੋ ਹੈ ਅੱਜ ਦੀ ਵੀਡੀਓ ਹੁੰਦੀ ਹੈ ਸਮਾਪਤ। ਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ, ਕਮੈਂਟ ਕਰ ਦੇਣਾ, ਐਂਡ ਅਗੇਨ ਦੱਸਦਾ ਮੈਂ PDF ਜਿਹੜਾ ਹੈਗਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਿੱਤਾ ਜਾਵੇਗਾ, ਉੱਥੋਂ ਤੁਸੀਂ ਕਰ ਸਕਦੇ ਆ ਡਾਊਨਲੋਡ। ਸੋ ਕਰਦੇ ਹਾਂ ਇੱਥੇ ਹੀ ਖਤਮ ਅੱਜ ਦੀ ਕਲਾਸ। ਸੋ ਬਣੇ ਰਹੋ, ਮਿਲਾਂਗੇ ਫਿਰ ਹਰ ਹਾਲ, ਜਦ ਤੱਕ ਜੁੜੇ ਰਹੋ PV ਸਰ ਦੇ ਨਾਲ।